ਅੰਗ 6ਵਾਂ। ਕਈ ਦਿਨਾਂ ਤੋਂ ਬੇਜੀ ਨੂੰ ਰਮਨੀਕ ਬੜੀ ਯਾਦ ਆ ਰਹੀ ਸੀ। ਚੰਦਰੀ ਕਿਧਰੇ ਬਿਮਾਰ ਠਮਾਰ ਹੀ ਨਾ ਹੋਵੇ। ਉਹਨਾਂ ਨੂੰ ਖਿਆਲ ਆਇਆ, ਇੱਕ ਮਨ ਹੋਇਆ ਟੈਲੀਫੋਨ ਹੀ ਕਰਕੇ ਦੇਖ ਲਵਾਂ। ਉਹਨਾਂ ਨੇ ਉਹ ਨੰਬਰ ਜਿਹੜਾ ਉਹ ਦੇ ਗਈ ਸੀ ਲੱਭ ਕੇ ਲਿਆਂਦਾ ਵੀ, ਫਿਰ ਪਤਾ ਨਹੀਂ ਕਿਉਂ ਅਵਿਨਾਸ਼ ਤੋਂ ਝੇਂਪ ਜੇ ਗਈ। ਅਗਲੇ ਦਿਨ ਰਮਨੀਕ ਦੁਪਹਿਰ ਵੇਲੇ ਸੱਚੀ ਆ ਗਈ। ਬੇਜੀ, ਮੈਨੂੰ ਆਪਣੀ ਅਲਮਾਰੀ 'ਚੋਂ ਕੁਝ ਕਿਤਾਬਾਂ ਚਾਹੀਦੀਆਂ ਨੇ। ਬੇਜੀ ਨੇ ਕੀ ਆਖਣਾ ਸੀ ਆਖ ਦਿੱਤਾ, ਲੈ ਜਾ। ਕਿਤਾਬਾਂ ਲੈ ਕੇ ਉਹਨੀ ਪੈਰੀ ਮੁੜ ਗਈ। ਤੇਰੀ ਮਾਸੀ ਕਿਸ਼ਨਗੜ੍ਹ ਵਾਲੀ ਗੁਜ਼ਰ ਗਈ ਹੈ। ਜਾਣ ਲੱਗੀ ਨੂੰ ਬੇਜੀ ਨੇ ਦੱਸਿਆ। ਆਪਣੀ ਉਮਰ ਖਾ ਹੰਢਾ ਲਈ ਸੀ, ਹੁਣ ਗੁਜ਼ਰਨਾ ਹੀ ਸੀ। ਰਮਨੀਕ ਨੇ ਜਦੋਂ ਆਖਿਆ, ਬੇਜੀ ਹੈਰਾਨ ਹੋ ਕੇ ਉਸ ਵੱਲ ਵੇਖਦੇ ਰਹੇ। ਮੇਰੀ ਮਰੀ ਤੋਂ ਵੀ ਤੈਨੂੰ ਇਉਂ ਹੀ ਲੱਗੂ ਬਈ ਖਾ ਲਿਆ ਹੰਢਾ ਲਿਆ, ਹੁਣ ਮਰਨਾ ਹੀ ਸੀ। ਬੇਜੀ ਨੇ ਜ਼ਰਾ ਹਰਖ ਨਾਲ ਆਖਿਆ। ਤੁਸੀਂ ਅਜੇ ਕਾਹਨੂੰ ਮਰਨਾ ਹੈ? ਤੁਸੀਂ ਤਾਂ ਆਪਣੇ ਪੋਤਰੇ ਦਾ ਅਜੇ ਵਿਆਹ ਦੇਖਣਾ ਹੈ। ਰਮਨੀਕ ਨੇ ਹੱਸ ਕੇ ਆਖਿਆ। ਅਵਿਨਾਸ਼ ਆਪਣੇ ਕਮਰੇ 'ਚੋਂ ਨਿਕਲ ਕੇ ਰਸੋਈ 'ਚ ਗਈ, ਪਰ ਉਹਨੇ ਰਮਨੀਕ ਨੂੰ ਬੁਲਾਇਆ ਨਹੀਂ ਤੇ ਨਾ ਹੀ ਰਮਨੀਕ ਉਸ ਵੱਲ ਝਾਕੀ। ਅੱਛਾ ਬੇਜੀ, ਮੈਂ ਚੱਲਦੀ ਹਾਂ, ਆਖੋ ਕਿਤਾਬਾਂ ਚੁੱਕੀ ਪੌੜੀਆਂ ਉਤਰ ਗਈ। ਉਹਦੇ ਚਲੀ ਜਾਣ ਮਗਰੋਂ ਅਵਿਨਾਸ਼ ਚੋਰੀਓਂ ਚੀਚੋਂ ਦੇਖਦੀ ਰਹੀ ਕਿ ਕਾਰ ਵਿੱਚ ਇਕੱਲੀ ਆਈ ਹੈ ਜਾਂ ਨਾਲ ਵੀ ਕੋਈ ਹੈ, ਪਰ ਕਾਲੇ ਸ਼ੀਸ਼ਿਆਂ ਕਰਕੇ ਉਹਨੂੰ ਕੁਝ ਨਹੀਂ ਦਿਸਿਆ। ਅੱਗੇ ਬੇਜੀ ਗੁਰਦੁਆਰੇ ਆਥਣੇ ਕਥਾ ਸੁਣਨ ਜਾਂਦੇ ਸਨ। ਅੱਜ ਉਹਨਾਂ ਦਾ ਮਨ ਹੋਇਆ ਬੀਬੀ ਰਾਮਦੇਈ ਨੂੰ ਨਾਲ ਲੈ ਕੇ ਸੰਤਾਂ ਦੇ ਆਸ਼ਰਮ ਜਾ ਆਉਂਦੀ ਆ। ਘੜੀ ਪਲ ਸੁਖਾਲਾ ਲੰਘ ਜੂ। ਉਹ ਤਿਆਰ ਹੋ ਕੇ ਜੁੱਤੀ ਪਾ ਕੇ ਰੁਮਾਲ ਦੇ ਲੜ ਪੈਸੇ ਬੰਨ੍ਹਦੇ ਪੌੜੀਆਂ ਉਤਰਨ ਲੱਗੇ। ਪੌੜੀਆਂ ਉਤਰ ਕੇ ਉਹ ਲੀਲਾ ਭਵਨ ਦੇ ਕੋਲੋਂ ਚਰਚ ਰੋਡ ਵੱਲ ਮੁੜ ਗਏ। ਬੀਬੀ ਰਾਮਦੇਈ ਦਾ ਘਰ ਥੋੜਾ ਅੱਗੇ ਹੀ ਸੀ। ਡਾਕਟਰ ਮਲਹੋਤਰੇ ਦੀ ਘਰਵਾਲੀ ਨੇ ਉਹਨਾਂ ਨੂੰ ਦੂਰੋਂ ਹੀ ਦੇਖ ਲਿਆ ਸੀ। ਉਹ ਕਾਹਲੀ ਨਾਲ ਬਾਹਰ ਆਈ ਤੇ ਬੋਲੀ, ਬੇਬੇ ਜੀ ਨਮਸਤੇ, ਆ ਜਾਓ, ਤੁਸੀਂ ਤਾਂ ਕਦੇ ਆਉਂਦੇ ਹੀ ਨਹੀਂ। ਨਮਸਤੇ ਧੀਏ, ਜਿਉਂਦੀ ਵਸਦੀ ਰਹੋ। ਹੋਰ ਬਾਲ ਬੱਚੇ ਦਾ ਕੀ ਹਾਲ ਹੈ? ਬਾਲ ਬੱਚਾ ਤਾਂ ਠੀਕ ਹੈ, ਤੇਰੇ ਪੁੱਤ ਡਾਕਟਰ ਦਾ ਹੀ ਦਿਮਾਗ ਖਰਾਬ ਹੋ ਗਿਆ। ਡਾਕਟਰ ਦੀ ਘਰਵਾਲੀ ਤੱਪ ਕੇ ਬੋਲੀ। ਹੈ ਕੁੜੇ, ਇਉਂ ਨਾ ਆਖ। ਕੀ ਗੱਲ ਹੋ ਗਈ? ਬੇਜੀ ਨੇ ਉਹਦੇ ਕੋਲ ਖੜਦਿਆਂ ਪੁੱਛਿਆ। ਡਾਕਟਰ ਦੀ ਮੱਤ ਮਾਰੀ ਗਈ ਹੈ। ਕਲੀਨਿਕ ਵਿੱਚੋਂ ਜਿਹੜੀ ਬਾਂਦਰੀ ਜੀ ਨਰਸ ਰੱਖੀ ਹੋਈ ਹੈ, ਆਖੇ ਉਸ ਨਾਲ ਵਿਆਹ ਕਰਵਾਉਣਾ। ਜਿੰਨੀ ਕਮਾਈ ਹੁੰਦੀ ਹੈ ਉਸੇ ਦੇ ਢਿੱਡ 'ਚ ਪਾਈ ਜਾਂਦਾ। ਅਸੀਂ ਜੇ ਕੋਈ ਗੱਲ ਕਰਦੇ ਹਾਂ ਤਾਂ ਪੈਂਦਾ ਚਾਰੇ ਪੈਰ ਚੱਕ ਕੇ। ਆ ਜਾਓ ਤੁਸੀਂ, ਬਹਿ ਜਾਓ 2 ਘੜੀ। ਡਾਕਟਰਨੀ ਨੇ ਬਗੀਚੀ 'ਚ ਪਈਆਂ ਕੁਰਸੀਆਂ ਵੱਲ ਹੱਥ ਕਰਕੇ ਆਖਿਆ। ਇਹ ਹੁਣ ਕੋਈ ਉਮਰ ਹੈ ਡਾਕਟਰ ਦੀ ਇਹੋ ਜਿਹੀਆਂ ਗੱਲਾਂ ਕਰਨ ਦੀ? ਬੇਜੀ ਨੇ ਕੁਰਸੀ ਉੱਤੇ ਬੈਠਦਿਆਂ ਆਖਿਆ। ਜਦੋਂ ਇਹੋ ਜਿਹਾ ਫਤੂਰ ਚੜਿਆ ਹੋਵੇ ਫਿਰ ਤਾਂ ਅੰਨੇ ਹੋ ਜਾਂਦੇ ਨੇ ਆਦਮੀ। ਮੂਹਰੇ ਖੂਹ ਖਾਤਾ ਕੁਛ ਨਹੀਂ ਦਿਸਦਾ। ਤੂੰ ਉਸ ਭਲੀ ਮਾਨਸ ਨੂੰ ਆਖਣਾ ਸੀ ਵੀ ਮੇਰਾ ਘਰ ਕਿਉਂ ਉਜਾੜਦੀ ਹੈ? ਉਹਨੂੰ ਜੇ ਲੱਜ ਸ਼ਰਮ ਹੋਵੇ ਤਾਂ ਐ ਨਾ ਉਹਦਾ ਆਦਮੀ ਮਰਦਾ। ਗਰੀਬ ਜੇ ਘਰ ਦੀ ਹੈ, ਪੈਸਾ ਉਸ ਲਈ ਸਭੋ ਕੁਛ ਹੈ। ਤੂੰ ਧੀਏ ਰੱਬ ਮੂਹਰੇ ਹੀ ਬੰਨ ਹੱਥ ਵੀ ਉਹੀ ਇਹਨੂੰ ਸਮੱਤ ਦੇਵੇ। ਬੇਜੀ ਨੇ ਆਖਿਆ। ਮੈਂ ਕਦ ਕੁ ਤੱਕ ਲੁਕਾਉਂਦੀ? ਹਾਰ ਕੇ ਮੁੰਡਿਆਂ ਨੂੰ ਦੱਸਣਾ ਪਿਆ। ਕੁੜੀ ਵੀ ਆ ਗਈ ਸੀ ਉਸ ਦਿਨ ਸਹੁਰਿਆਂ ਤੋਂ। ਵੱਡਾ ਤਾਂ ਵਿਚਾਰਾ ਸਾਊ ਹੈ, ਛੋਟਾ ਹਾਰਕ ਪਿਆ। ਉਹਨੇ ਤਾਂ ਪਿਓ ਨੂੰ ਗਾਲਾਂ ਵੀ ਕੱਢੀਆਂ। ਆਖੇ ਕੰਜਰਾ, ਇਹ ਚੱਜ ਕਰਨ ਦੀ ਤੇਰੀ ਉਮਰ ਹੈ ਕਿ ਸਾਡੀ? ਨਾਲ ਆਖ ਦਿੱਤਾ, ਉਸ ਕੁੱਤੀ ਨੂੰ ਜਾਨੋਂ ਮਾਰ ਦਿਆਂਗੇ। ਉਸ ਦਿਨ ਦਾ ਡਰ ਤਾਂ ਗਿਆ, ਪਰ ਉਹ ਕਮਲਿਆਂ ਵਾਂਗੂ ਹੋਇਆ ਫਿਰਦਾ। ਕਦੇ ਗਾਲਾਂ ਦੇਣ ਲੱਗ ਜਾਂਦਾ ਹੈ। ਪਰਸੋਂ ਆਪਣੇ ਕੱਪੜੇ ਫਾੜਤੇ, ਕੱਲ ਦਾ ਘਰ ਹੀ ਨਹੀਂ ਆਇਆ। ਤੂੰ ਦੱਸ ਬੇਬੇ ਜੀ, ਮੈਂ ਕਿਹੜੇ ਖੂਹ 'ਚ ਪੈਸਾਂ? ਡਾਕਟਰਨੀ ਨੇ ਬੇਜੀ ਨੂੰ ਤਾਂ ਸਾਰਾ ਕੁਝ ਹੀ ਦੱਸ ਦਿੱਤਾ। ਤੂੰ ਸ਼ਾਂਤੀ ਰੱਖ, ਕੁਛ ਨਾ ਆਖ, ਆਪੇ ਰੱਬ ਸਮੱਤ ਦਊਗਾ। ਬਹੁਤਾ ਕਰਦੀਆਂ, ਕਾਲੀ ਦੇਵੀ ਦੇ ਮੰਦਰ ਜਾ, ਸੌਖਾ ਆਪੇ ਦੇਵੀ ਮਾਂ ਰਕਸ਼ਾ ਕਰੂਗੀ। ਚਾਹ ਲਿਆਵਾਂ, ਪੀਓਗੇ? ਡਾਕਟਰ ਦੀ ਘਰਵਾਲੀ ਨੂੰ ਅਚਾਨਕ ਬੇਜੀ ਦੀ ਆਓ ਭਗਤ ਦਾ ਚੇਤਾ ਆਇਆ। ਨਹੀਂ ਧੀਏ, ਚੱਲਦੀਆਂ, ਆਖ ਬੇਜੀ ਉੱਠ ਖੜੀ ਹੋਈ। ਰਾਮਦੇਈ ਦਾ ਪਤਾ ਕੀਤਾ, ਅੱਗੋਂ ਘਰ ਨਹੀਂ ਸੀ। ਉਹ ਮੁੜ ਕੇ ਘਰ ਹੀ ਆ ਗਏ। ਆ ਕੇ ਬਹਾਦਰ ਨੂੰ ਆਖਣ ਲੱਗੇ, ਬਹਾਦਰ, ਅੱਜ ਮੈਨੂੰ ਸੰਤਾਂ ਦੇ ਆਸ਼ਰਮ ਹੀ ਲੈ ਚੱਲ। ਚਲੇ ਚਲਤੇ ਹੈ, ਬਹਾਦਰ ਨੇ ਖੜੇ ਹੁੰਦੇ ਨੇ ਆਖਿਆ। ਅੱਜ ਸੰਗਰਾਂਦ ਹੈ, ਸੰਤਾਂ ਦੇ ਆਸ਼ਰਮ ਵੀ ਭੋਗ ਪੈਂਦਾ ਹੁੰਦਾ। ਉੱਥੋਂ ਫਿਰ ਮੈਂ ਆਪੇ ਦੁੱਖ ਨਿਵਾਰਨ ਚਲੀ ਜਾਊਂਗੀ। ਬਸ ਉੱਥੇ ਛੱਡਾ ਘਰ 'ਚ। ਮੈਂ ਵੀ ਚੱਲਾਂ ਤੁਹਾਡੇ ਨਾਲ, ਅਵਿਨਾਸ਼ ਨੇ ਜਦੋਂ ਆਖਿਆ। ਬੇਜੀ ਨੂੰ ਹੈਰਾਨੀ ਵੀ ਹੋਈ ਤੇ ਖੁਸ਼ੀ ਵੀ। ਚੱਲ, ਜ਼ਰੂਰ ਚੱਲ, ਬੇਜੀ ਨੇ ਆਖਿਆ। ਬਾਵੇ ਦੇ ਸਕੂਲੋਂ ਆਉਣ ਵੇਲੇ ਤੱਕ ਮੈਂ ਤਾਂ ਮੁੜ ਆਊਂਗੀ। ਤੁਸੀਂ ਜਦੋਂ ਮਰਜ਼ੀ ਆ ਜਾਇਓ, ਅਵਿਨਾਸ਼ ਨੇ ਆਖਿਆ। ਬੇਜੀ ਤਾਂ ਅੱਗੇ ਵੀ ਕਈ ਵਾਰ ਆਏ ਸੀ, ਪਰ ਅਵਿਨਾਸ਼ ਨੇ ਇਹ ਥਾਂ ਪਹਿਲੀ ਵਾਰੀ ਦੇਖੀ ਸੀ। 100 ਕੁ ਵਿਗੇ ਜ਼ਮੀਨ ਸੀ ਆਸ਼ਰਮ ਦੇ ਨਾਲ। ਫਿਰ ਗੁਰਦੁਆਰਾ ਸੀ, ਸੰਗਤਾਂ ਦੀ ਠਹਿਰਨ ਲਈ ਧਰਮਸ਼ਾਲਾ ਸੀ ਤੇ ਸੰਤਾਂ ਦੀ ਕੋਠੀ ਸੀ। ਕੋਠੀ 'ਚ ਇੱਕ ਭੋਰਾ ਵੀ ਬਣਿਆ ਹੋਇਆ ਸੀ, ਜਿੱਥੇ ਬੈਠ ਕੇ ਸੰਤ ਭਜਨ ਬੰਦਗੀ ਕਰਦੇ ਸਨ। ਸੰਤਾਂ ਦਾ ਕੱਦ ਕਾਠ, ਸ਼ਕਲ ਸੂਰਤ, ਸੱਜ ਧੱਜ ਤੋਂ ਬੇਜੀ ਨੂੰ ਲੱਗਾ, ਖਬਰ ਹੈ
ਗੁਰੂ ਜੀ 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਇਹੋ ਜਿਹੇ ਹੀ ਹੋਣ। ਡੇਰੇ ਨਾਲ ਲੱਗਦੀ ਜ਼ਮੀਨ 'ਚ ਸੰਤ ਜੀ ਮਹਾਰਾਜ ਖੇਤੀ ਕਰਵਾਉਂਦੇ ਸਨ। ਵਿੱਚ ਕਾਫੀ ਵੱਡਾ ਬਾਗ ਸੀ, ਜਿਸ 'ਚੋਂ ਫਲ ਤੋੜ ਕੇ ਸੰਗਤਾਂ ਨੂੰ ਪ੍ਰਸ਼ਾਦ ਵਜੋਂ ਦੇ ਦਿੱਤੇ ਜਾਂਦੇ ਸਨ। ਇਹ ਸਾਰੀ ਜ਼ਮੀਨ ਇੱਕ ਬੇਔਲਾਦ ਮਾਈ ਨੇ ਸੰਤ ਮਹਾਰਾਜ ਨੂੰ ਆਸ਼ਰਮ ਲਈ ਦਾਨ ਦਿੱਤੀ ਸੀ। ਸੰਤਾਂ ਨੂੰ ਪ੍ਰਣਾਮ ਕਰਕੇ ਬੇਜੀ ਤੇ ਅਵਿਨਾਸ਼ ਵੀ ਉਸੇ ਹਾਲ ਕਮਰੇ 'ਚ ਬੈਠ ਗਈਆਂ, ਜਿੱਥੇ ਕੁਝ ਹੋਰ ਲੋਕ ਵੀ ਬੈਠੇ ਸਨ। ਫਲ ਬੇਜੀ ਨੇ ਸੰਤਾਂ ਦੇ ਚਰਨਾਂ ਕੋਲ ਰੱਖ ਦਿੱਤੇ ਸਨ, ਜਿਨ੍ਹਾਂ ਨੂੰ ਹੱਥ ਲਾ ਕੇ ਸੰਤਾਂ ਨੇ ਸੰਗਤ 'ਚ ਵਰਤਾਉਣ ਲਈ ਦੇ ਦਿੱਤੇ ਸਨ। ਸੰਤ ਜੀ ਗਿਆਨ ਧਿਆਨ ਦੀਆਂ ਗੱਲਾਂ ਵੀ ਕਰ ਰਹੇ ਸਨ, ਪਰ ਫਿਰ ਵਿੱਚ ਕੋਈ ਔਰਤ ਆਪਣੇ ਦੁੱਖਾਂ ਦੀ ਗੱਲ ਵੀ ਛੋਹ ਲੈਂਦੀ ਸੀ ਤੇ ਸੰਤਾਂ ਨੂੰ ਦੁੱਖ ਹਰਨ ਲਈ ਬੇਨਤੀ ਵੀ ਕਰਦੀ ਸੀ। ਅੱਧਾ ਕੁ ਘੰਟਾ ਬੈਠਣ ਮਗਰੋਂ ਅਵਿਨਾਸ਼ ਜਾਣ ਲਈ ਉੱਠ ਖੜੀ। ਸੰਤਾਂ ਨੂੰ ਪ੍ਰਣਾਮ ਕਰਕੇ ਉਹ ਬਾਹਰ ਨੂੰ ਤੁਰ ਪਈ। ਬੇਜੀ ਵੀ ਨਾਲ ਆ ਗਏ। ਬੇਜੀ, ਉਹ ਔਰਤ ਕੌਣ ਸੀ ਜਿਹੜੀ 2-3 ਵਾਰੀ ਕਮਰੇ 'ਚ ਆਈ ਸੀ ਤੇ ਕਣਕੀ ਝਾਕਦੀ ਮੁੜ ਗਈ ਸੀ? ਅਵਿਨਾਸ਼ ਨੇ ਕਾਰ ਵੱਲ ਆਉਂਦਿਆਂ ਪੁੱਛਿਆ। ਉਹ ਸੰਤਾਂ ਦੀ ਘਰ ਵਾਲੀ ਆ। ਆਖਦੇ ਨੇ ਇਹਨੇ ਪਹਿਲੀ ਉਮਰੇ ਸੰਕਲਪ ਕਰ ਲਿਆ ਸੀ ਵੀ ਮੈਂ ਸੰਤਾਂ ਨਾਲ ਹੀ ਵਿਆਹ ਕਰਨਾ। 10-10 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਿਆ ਕਰੇ। ਭਗਤਾਂ ਦੀ ਰੱਬ ਸੁਣਦਾ। ਸੰਤਾਂ ਨੂੰ ਹਾਰਨਾ ਪਿਆ ਉਹਦੇ ਹੱਠ ਅੱਗੇ, ਬਈ ਨਹੀਂ ਤਾਂ ਇਹ ਸਰਾਪ ਦੇ ਦਿਓ ਤੇ ਨਾਲੇ ਆਪਣੀ ਜਾਨ ਤੋਂ ਜਾਓ। ਬੇਜੀ ਨੇ ਦੱਸਿਆ। ਫਿਰ ਕੀ ਹੋਇਆ? ਫਿਰ ਇੱਕ ਧੀ ਵੀ ਹੋ ਗਈ। ਮਗਰੋਂ ਪਤਾ ਨਹੀਂ ਕੀ ਰੱਬ ਦਾ ਭਾਣਾ ਵਰਤਿਆ, ਪਾਗਲ ਹੋ ਗਈ। ਡੰਡਾ ਚੁੱਕ ਲਿਆ ਕਰੇ ਜਿਹੜਾ ਵੀ ਕੋਈ ਇੱਥੇ ਆਵੇ। ਸੰਤਾਂ 'ਚ ਇੰਨੀ ਵੀ ਸ਼ਕਤੀ ਨਹੀਂ ਵੀ ਆਪਣੀ ਘਰਵਾਲੀ ਦਾ ਪਾਗਲਪਨ ਹਟਾ ਸਕਣ। ਅਵਿਨਾਸ਼ ਬੋਲੇ। ਆਪਣੇ ਕਰਮਾਂ ਦੇ ਫਲ ਤਾਂ ਭੁਗਤਣੇ ਹੀ ਪੈਂਦੇ ਨੇ। ਉਹਨੇ ਜੋ ਇੱਕ ਸੰਤ ਨੂੰ ਸੰਸਾਰੀ ਬਣਾਇਆ, ਖਬਰੇ ਉਸੇ ਦਾ ਫਲ ਹੋਵੇ। ਉੱਥੇ ਸੰਤਾਂ ਕੋਲ ਬੰਦਾ ਤਾਂ ਕੋਈ ਨਹੀਂ ਸੀ, ਬਹੁਤੀਆਂ ਜਨਾਨੀਆਂ ਹੀ ਸੀ। ਕੀ ਪਤਾ ਉਹ ਈਰਖਾ ਕਰਕੇ ਪਾਗਲ ਹੋ ਗਈ ਹੋਵੇ, ਨਾ ਜਰਿਆ ਜਾਂਦਾ ਹੋਵੇ ਸਭ ਕੁਝ। ਸੰਤ ਮਹਾਰਾਜ ਸੋਹਣੇ ਵੀ ਤਾਂ ਬਥੇਰੇ ਨੇ। ਅਵਿਨਾਸ਼ ਨੇ ਜਦੋਂ ਆਖਿਆ, ਬੇਜੀ ਨੂੰ ਚੰਗਾ ਨਹੀਂ ਲੱਗਿਆ। ਆ ਜਾ, ਥੋੜੀ ਜਿਹੀ ਸੇਵਾ ਕਰਕੇ ਚੱਲਦੇ ਆਂ। ਬੇਜੀ ਨੇ ਭਾਂਡਿਆਂ ਤੇ ਜੋੜਿਆਂ ਦੀ ਸੇਵਾ ਕਰ ਰਹੀਆਂ ਮਾਈਆਂ ਵੱਲ ਹੱਥ ਕਰਕੇ ਆਖਿਆ। ਮੈਂ ਤਾਂ ਚੱਲਦੀ ਆਂ, ਤੁਸੀਂ ਕਰ ਲਓ ਸੇਵਾ ਜੇ ਕਰਨੀ ਆ। ਆਖੋ ਤਾਂ ਬਹਾਦਰ ਫੇਰ ਲੈਣ ਆ ਜਾਊ ਤੁਹਾਨੂੰ। ਨਹੀਂ, ਮੈਂ ਆਪੇ ਆ ਜਾਊਂ। ਬੇਜੀ ਅਵਿਨਾਸ਼ ਕਾਰ 'ਚ ਬੈਠ ਕੇ ਚਲੀ ਗਈ। ਬੇਜੀ ਲੰਗਰ ਦੇ ਭਾਂਡੇ ਦੱਬ ਕੇ ਸੁਆਹ ਨਾਲ ਮਾਂਜਣ ਲੱਗ ਪਏ, ਤਾਂ ਜੋ ਜੂਠ ਦਾ ਨਾਂ ਨਿਸ਼ਾਨ ਨਾ ਕਿਧਰੇ ਰਹਿ ਜਾਏ। ਦੁਪਹਿਰ ਤੱਕ ਰਾਮਦੇਈ ਵੀ ਆਸ਼ਰਮ ਤੱਕ ਪਹੁੰਚ ਗਈ। ਐਤਕੀ ਤਾਂ ਬੇਬੇ ਜੀ ਵੀ ਆ ਗਈ ਸੇਵਾ ਕਰਨੇ ਨੂੰ। ਮੈਂ ਤਾਂ ਹਰ ਸੰਗਰਾਂਦ ਆਉਂਦੀ ਆਂ, ਅੱਜ ਜ਼ਰਾ ਦੇਰ ਹੋ ਗਈ। ਰੱਤੇ ਖੇੜੇ ਵਾਲਿਆਂ ਦੀ ਕੁੜੀ ਦਾ ਵਿਆਹ ਸੀ, ਰਾਮਦੇਈ ਨੇ ਦੱਸਿਆ। ਕਾਰਡ ਤਾਂ ਆਇਆ ਸੀ, ਅਗਲਾ ਨਾ ਚੇਤਾ ਹੀ ਨਹੀਂ ਰਿਹਾ, ਨਹੀਂ ਸ਼ਗਨ ਤਾਂ ਦੇਈ ਆਉਂਦੀ। ਬੇਜੀ ਬੋਲੀ। ਵਿਆਹ ਤਾਂ ਸੀ ਬੜੀ ਕੁੜੀ ਦਾ। ਘਰਦਿਆਂ ਨੇ ਸਭ ਪੱਕ ਠੱਕ ਕਰ ਲਿਆ ਬਈ ਐਨ ਮੌਕੇ ਸਿਰ ਹੀ ਦੱਸਾਂਗੇ, ਅਜੇ ਆਖੀ ਜਾਓ ਬਈ ਛੋਟੀ ਦਾ ਵਿਆਹ ਹੈ। ਪਰ ਜਦੋਂ ਪਤਾ ਲੱਗਿਆ ਕੁੜੀ ਵਿਟਰ ਗਈ। ਅਸਲ 'ਚ ਉਹ ਕਮਿਊਨਿਸਟ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਪਿਓ ਮੰਨਦਾ ਨਹੀਂ, ਆਖੇ ਉਹ ਚਪੜਾਸੀ ਦਾ ਤਾਂ ਮੁੰਡਾ ਹੈ। ਜੇ 4 ਅੱਖਰ ਪੜ੍ਹ ਕੇ ਪ੍ਰੋਫੈਸਰ ਲੱਗ ਗਿਆ ਤਾਂ ਕੀ ਹੋ ਗਿਆ? ਪਿਓ ਨੇ ਘੂਰੀ ਖੱਪੀ। ਆਖਰ ਕੁੜੀ ਨੇ ਜ਼ਹਿਰ ਖਾ ਲਈ। ਉਹ ਤਾਂ ਮਸਾਂ ਬਚੀ ਹੈ। ਐਨ ਮੌਕੇ ਸਿਰ ਦੂਜੀ ਕੁੜੀ ਦੇ ਆਨੰਦ ਕਾਰਜ ਕਰਤੇ। ਉਹ ਤਾਂ ਅਗਲੇ ਭਲੇ ਮਾਨਸੀ ਮੰਨ ਗਏ। ਮੈਂ ਤਾਂ ਆਖਦੀ ਆਂ ਸਿਆਣਪ ਕੀਤੀ ਇਹੋ ਜੀ ਤੋਂ ਗਾਹਾਂ ਕੀ ਭੱਦਰਕਾਰੀ ਸੀ। ਬੀਬੀ ਰਾਮਦੇਈ ਦੱਸਦੀ ਗਈ। ਲਿਖੀਆਂ ਨਹੀਂ ਕੋਈ ਮੇਟ ਸਕਦਾ, ਬੇਜੀ ਨੇ ਕਿਸੇ ਡੂੰਘੀ ਉਦਾਸੀ 'ਚੋਂ ਆਖਿਆ। ਤੇਰੀ ਗੱਲ ਠੀਕ ਹੈ ਬੇਬੇ ਜੀ, ਦੇਖ ਲਓ ਸੰਤ ਮਹਾਰਾਜ ਕਿੱਡੇ ਮਹਾਂਪੁਰਸ਼ ਨੇ। ਦੁਨੀਆ ਮੰਨਦੀ ਹੈ, ਪਰ ਆਪਣੀ ਘਰਵਾਲੀ ਦੇ ਵੀ ਪਾਪ ਨਹੀਂ ਕੱਟ ਸਕੇ। ਵਿਚਾਰੀ ਕਮਲੀ ਹੋਈ ਫਿਰਦੀ ਹੈ। ਖਬਰੇ ਰਾਮਦੇਈ ਇਹ ਵੀ ਸੂਲੀ ਤੋਂ ਸੂਲ ਹੋਈ ਹੋਵੇ। ਸੁਣਿਆ ਨਹੀਂ ਆਖੇ ਇੱਕ ਬੰਦਾ ਭਜਨ ਪਾਠ ਕਰਨ ਵਾਲਾ ਤੜਕੇ ਮੰਦਰ ਜਾ ਰਿਹਾ ਸੀ, ਪੈਰ 'ਚ ਸੂਲ ਪੜ ਗਈ, ਹੇਠਾਂ ਤੋਂ ਵੱਜ ਕੇ ਉੱਪਰ ਜਾ ਨਿਕਲੀ। ਕਿਸੇ ਸਿਆਣੇ ਮਹਾਂਪੁਰਸ਼ ਨੂੰ ਪੁੱਛਣ ਲੱਗਿਆ ਕਿ ਮਹਾਰਾਜ ਇਹ ਕੀ? ਮਹਾਂਪੁਰਸ਼ ਸੀ ਜਾਣੀ ਜਾਣਾ। ਉਹਨੇ ਦੱਸਿਆ, ਪਿਛਲੇ ਜਨਮ ਜਦੋਂ ਤੂੰ ਬਾਲਕ ਸੀ, ਤੂੰ ਇੱਕ ਟਿੱਡੇ ਦੇ ਢਿੱਡ ਵਿੱਚ ਸੂਲ ਖੁਭੋ ਕੇ ਉਹਦੀ ਭੰਬੀਰੀ ਬਣਾਈ ਸੀ। ਉਹਦੇ ਬਦਲੇ ਤੈਨੂੰ ਸੂਲੀ ਮਿਲਣੀ ਸੀ। ਸੋ ਬੀਬੀ, ਭੁੱਲਾਂ ਅਸੀਂ ਕਰਦੇ ਆਂ, ਰੱਬ ਨਹੀਂ ਕਰਦਾ। ਭਾਂਡੇ ਮਾਂਜ ਇੱਕ ਪਾਸੇ ਧਰਦੇ ਬੇਜੀ ਬੋਲੇ। ਬੇਜੀ ਸਤਿ ਸ੍ਰੀ ਅਕਾਲ। ਕੋਲੋਂ ਲੰਘਦੀ ਜਸਬੀਰ ਨੇ ਬੇਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ। ਮੇਰੀ ਧੀਏ, ਤੂੰ ਸਿਆਣ 'ਚ ਨਹੀਂ ਆਈ। ਬੇਜੀ ਨੇ ਨਲਕੇ ਤੋਂ ਹੱਥ ਧੋਂਦਿਆਂ ਆਖਿਆ। ਮੈਂ ਬੇਜੀ ਜਸਬੀਰ ਆਂ, ਰਮਣੀਕ ਦੀ ਜਮਾਤਣ। ਤੁਹਾਡੇ ਘਰ ਮੇਰੀ ਬੀਬੀ ਇੱਕ ਵਾਰੀ ਆਖਣ ਨਹੀਂ ਸੀ ਆਈ ਕਿ ਕੁੜੀ ਨੂੰ ਤੁਸੀਂ ਸਮਝਾਓ? ਜਸਬੀਰ ਨੇ ਦੱਸਿਆ। ਆਹੋ, ਤੇਰੀ ਉਹ ਵੱਡੀ ਭੈਣ ਮਰ ਗਈ ਸੀ ਨਾ 3 ਬੱਚੇ ਛੱਡ ਕੇ, ਤੇ ਘਰ ਦੇ ਆਖਦੇ ਸੀ ਉਹਨਾਂ ਬੱਚਿਆਂ ਦੀ ਖਾਤਰ ਤੂੰ ਭੈਣ ਦੇ ਘਰ ਵਾਲੇ ਨਾਲ ਵਿਆਹ ਕਰਵਾ ਲੈ। ਫਿਰ ਹੋ ਗਿਆ ਸੀ ਵਿਆਹ? ਬੇਜੀ ਨੇ ਪੁੱਛਿਆ। ਮੈਂ ਤਾਂ ਦਬਾਓ ਹੇਠ ਆ ਚੱਲੀ ਸੀ, ਪਰ ਭਲਾ ਹੋਵੇ ਸਾਡੀ ਮੈਡਮ ਸਿੱਧੂ ਦਾ। ਉਸ ਨਾਲ ਜਦੋਂ ਮੈਂ ਗੱਲ ਕੀਤੀ, ਉਹਨੇ ਆਖਿਆ ਬੱਚੇ ਨਾਨੀ ਦਾਦੀ ਰਲ ਕੇ ਪਾਲਣ ਜਾਂ ਬਾਪ ਫਿਕਰ ਕਰੇ। ਫਿਰ ਕਿਉਂ ਕੁਰਬਾਨੀ ਦਿੱਤੀ ਜਾਵੇ ਬੱਚਿਆਂ ਦੀ ਖਾਤਰ? ਅਸਲ 'ਚ ਤਾਂ ਮੈਂ ਵੀ ਨਹੀਂ ਸੀ ਚਾਹੁੰਦੀ ਤੇ ਮੈਡਮ ਦੀ ਗੱਲ ਦਾ ਸਹਾਰਾ ਮਿਲ ਗਿਆ, ਬਲਾ ਟਲ ਗਈ। ਜਸਬੀਰ ਨੇ ਦੱਸਿਆ। ਮਗਰ ਹੋਰ ਕਿਧਰੇ ਹੋ ਗਿਆ ਵਿਆਹ ਤੇਰਾ? ਬੇਜੀ ਨੇ ਸਹਿਜ ਸੁਭਾਈ ਪੁੱਛ ਲਿਆ।
ਨਹੀਂ ਬੇਜੀ, ਉਦੋਂ ਘਰਦਿਆਂ ਨਾਲ ਨਾਰਾਜ਼ ਹੋ ਕੇ ਮੈਂ ਵਰਕਿੰਗ ਵੂਮੈਨਸ ਹੋਸਟਲ ਚਲੀ ਗਈ। ਹੁਣ ਤਾਂ ਖਿਆਲ ਹੀ ਛੱਡ ਦਿੱਤਾ ਵਿਆਹ ਵਿਊਹ ਦਾ। ਕੀ ਲੈਣਾ ਸੀ ਆਪੇ ਗਲ ਪਾ ਕੇ, ਜਸਵੀਰ ਨੇ ਦੱਸਿਆ। ਨਹੀਂ ਧੀਏ, ਇਕੱਲਿਆਂ ਨਹੀਂ ਸਾਰੀ ਉਮਰ ਕੱਟੀ ਜਾਂਦੀ ਹੁੰਦੀ, ਬੇਜੀ ਨੇ ਸਮਝਾਉਣ ਵਾਂਗ ਆਖਿਆ। ਅੱਗੋਂ ਜਸਵੀਰ ਹੱਸ ਕੇ ਆਖਣ ਲੱਗੀ, ਨਹੀਂ ਬੇਜੀ, ਹੁਣ ਜ਼ਮਾਨੇ ਬਦਲ ਗਏ ਨੇ। ਨਹੀਂ ਧੀਏ, ਜ਼ਮਾਨੇ ਕਹਿਣ ਨੂੰ ਹੀ ਬਦਲ ਗਏ ਨੇ। ਇਕੱਲੀ ਕਾਰੀ ਔਰਤ ਨੂੰ ਤਾਂ ਜਿਉਣਾ ਹੀ ਦੁੱਭਰ ਹੋ ਜਾਂਦਾ। ਉਦੋਂ ਨੂੰ ਫੇਰ ਵਕਤ ਲੰਘ ਚੁੱਕਿਆ ਹੁੰਦਾ। ਏਡੀ ਔਖ ਲੱਗੇ ਤਾਂ ਬੰਦਾ ਛੁੱਟੀ ਕਰ ਜਾਏ, ਕਿਹੜਾ ਮਗਰ ਜਵਾਕਾਂ ਨੇ ਰੋਣਾ ਹੁੰਦਾ। ਜਸਵੀਰ ਨੇ ਫੇਰ ਹੱਸ ਕੇ ਕਿਹਾ, ਆਤਮਘਾਤੀ ਮਹਾਪਾਪੀ, ਇਉਂ ਨਹੀਂ ਸੋਚੀਦਾ। ਇਣਿਆਈ ਮਰੇ ਦੀ ਤਾਂ ਬੰਦੇ ਦੀ ਗਤ ਵੀ ਨਹੀਂ ਹੁੰਦੀ। ਬੰਦਾ ਪ੍ਰੇਤ ਜੂਨ 'ਚ ਹੀ ਭਟਕਦਾ ਫਿਰਦਾ। ਪਰ ਬੇਜੀ, ਮਰ ਗਿਆ ਕਿਹੜਾ ਕਦੇ ਕੋਈ ਦੱਸਣ ਆਇਆ। ਪਰ ਧੀਏ, ਇਹ ਧਰਤੀ ਕਾਸੇ ਦੇ ਸਹਾਰੇ ਤਾਂ ਪਾਣੀ ਉੱਤੇ ਟਿਕੀ ਖੜੀ ਹੈ ਕਿ ਨਹੀਂ? ਕਦੇ ਸੁਣਿਆ ਬਈ ਪਾਣੀ 'ਚ ਕੋਈ ਚੀਜ਼ ਡੁੱਬੇ ਨਾ? ਸਿਆਣਿਆਂ ਨੇ ਜਿਹੜੇ ਤੱਤ ਕੱਢੇ ਨੇ ਉਹ ਐਵੇਂ ਝੂਠ ਨਹੀਂ। ਚੱਲ ਐਂ ਕਰ, ਅਜੇ ਤੂੰ ਇੱਕ ਤਾਂ ਗੀਤਾ ਦਾ ਜਾਂ ਸੁਖਮਨੀ ਦਾ ਨਿੱਤ ਪਾਠ ਕਰਿਆ ਕਰ, ਆਪੇ ਮਨ ਟਿਕਾਣੇ ਆਜੂ। ਇੱਕ ਤਾਂ ਪਾਠ ਨਾਲ ਹਿਰਦਾ ਸ਼ੁੱਧ ਹੋ ਜਾਂਦਾ, ਦੂਜਾ ਆਤਮ ਗਿਆਨ ਦਾ ਵੀ ਇਹੋ ਰਾਹ ਹੈ, ਬੇਜੀ ਨੇ ਜਸਵੀਰ ਨੂੰ ਸਮਝਾਉਣ ਵਾਂਗ ਆਖਿਆ। ਕੁਝ ਉਹਨਾਂ ਨੂੰ ਚੰਗਾ ਲੱਗਿਆ ਕਿ ਜਸਵੀਰ ਸੰਤਾਂ ਦੇ ਆਸ਼ਰਮ 'ਚ ਆਈ ਹੋਈ ਸੀ। ਜਸਵੀਰ ਦੇ ਗਾਂਹ ਸੰਤ ਵੱਲ ਚਲੀ ਜਾਣ ਮਗਰੋਂ ਬੀਬੀ ਰਾਮਦੇਈ ਆਖਣ ਲੱਗੀ, ਬੇਬੇ ਜੀ, ਅੱਜ ਕੱਲ੍ਹ ਦੇ ਪੜ੍ਹਿਆਂ ਲਿਖਿਆਂ ਦੇ ਨਹੀਂ ਸਾਡੀਆਂ ਪੁਰਾਣੀਆਂ ਗੱਲਾਂ ਪਸੰਦ। ਹੁਣ ਰਮਨੀਕ ਲਈ ਕੋਈ ਘਾਟਾ ਚੰਗੇ ਮੁੰਡਿਆਂ ਦਾ, ਉਹਦੇ ਪਤਾ ਨਹੀਂ ਕੀ ਚਿੱਤ 'ਚ ਹੈ। ਬੇਜੀ ਨੇ ਕੋਈ ਉੱਤਰ ਨਾ ਦਿੱਤਾ। ਇੰਨੇ ਨੂੰ ਲੰਗਰ ਦੀ ਘੰਟੀ ਵੱਜ ਗਈ। ਸਾਰੇ ਲੋਕ ਗੁਰਦੁਆਰੇ ਦੇ ਮੂਹਰੇ ਕਤਾਰਾਂ 'ਚ ਆ ਕੇ ਭੁੰਜੀ ਬੈਠ ਗਏ। ਬੇਜੀ ਤੇ ਰਾਮਦੇਈ ਵੀ। ਬਰੋਟੇ ਦੇ ਪੱਤਿਆਂ ਦੀਆਂ ਪੱਤਲਾਂ 'ਚ ਉਹਨਾਂ ਨੂੰ ਸਬਜ਼ੀ, ਰੋਟੀ, ਦਾਲ ਤੇ ਅਚਾਰ ਦਿੱਤਾ ਗਿਆ, ਨਾਲ ਖੀਰ ਤੇ ਪ੍ਰਸ਼ਾਦ ਵੀ ਸੀ। ਗੁਰੂਆਂ ਨੇ ਕਿਆ ਚੰਗੀ ਬਾਤ ਕਹੀ ਹੈ ਬਈ ਸਾਰੇ ਬਰਾਬਰ ਨੇ, ਬੀਬੀ ਰਾਮਦੇਈ ਰੋਟੀ ਖਾਂਦੀ ਬੋਲੀ। ਬੇਜੀ ਨੇ ਕੋਈ ਉੱਤਰ ਨਾ ਦਿੱਤਾ। ਗੁਰੂ ਗ੍ਰੰਥ ਸਾਹਿਬ ਨੂੰ ਉਹੀ ਸਿੱਖ ਮੱਲ ਕੇ ਬੈਠ ਗਏ। ਦੇਖਿਆ ਜਾਵੇ ਤਾਂ ਸਿੱਖ ਤਾਂ ਖਾਲੀ ਦਸਵਾਂ ਗੁਰੂ ਹੀ ਸੀ ਤੇ ਉਸੇ ਦੀ ਬਾਣੀ ਗੁਰੂ ਗ੍ਰੰਥ 'ਚ ਦਰਜ ਨਹੀਂ। ਫਿਰ ਇਹ ਸਿੱਖਾਂ ਦਾ ਗ੍ਰੰਥ ਕਿਵੇਂ ਹੋਇਆ? ਕਮਲੇ ਨੇ ਦੂਜੇ ਲੋਕ ਸਾਰੇ ਆਖਣ ਵੀ ਇਹ ਤਾਂ ਸਾਡਾ ਗ੍ਰੰਥ ਆ, ਰਾਮਦੇਈ ਆਖ ਰਹੀ ਸੀ। ਬੀਬੀ ਰਾਮਦੇਈ, ਜੇ ਕੋਈ ਉਸ ਗ੍ਰੰਥ ਨੂੰ ਪੜ੍ਹੇ ਤਾਂ ਹੀ ਪਤਾ ਲੱਗੇ। ਸਿੱਖ ਕਿਹੜਾ ਪੜ੍ਹਦੇ ਨੇ? ਅੱਗੇ ਵੇਲੇ ਕੁ ਵੇਲੇ ਅਗਲੇ ਅਖੰਡ ਪਾਠ, ਸਧਾਰਨ ਪਾਠ ਕਰਵਾ ਦਿੰਦੇ ਸੀ। ਹੁਣ ਤਾਂ ਉਹ ਵੀ ਕੀਤੇ ਕਰਾਏ ਮਿਲ ਜਾਂਦੇ ਨੇ, ਪੈਸੇ ਚੜਾਓ, ਅਰਦਾਸ ਕਰਾ ਲਓ, ਹੋ ਗਿਆ ਜੀ ਪਾਠ। ਬੇਜੀ ਬੋਲੇ ਤੇ ਫਿਰ ਆਖਣ ਲੱਗੇ, ਬੀਬੀ ਰਾਮਦੇਈ, ਚੱਲ ਅੱਜ ਆਥਣੇ ਗੁਰਦੁਆਰੇ ਨਹੀਂ ਜਾਂਦੇ, ਬਥੇਰਾ ਹੋ ਗਿਆ, ਹੁਣ ਘਰ ਨੂੰ ਹੀ ਚੱਲਦੇ ਆ। 2:30 ਵਜੇ ਬੇਜੀ ਨੇ ਆਖਿਆ। ਅਸਲ 'ਚ ਉਹ ਥਕਾਵਟ ਮਹਿਸੂਸ ਕਰ ਰਹੇ ਸਨ। ਰੋਟੀ ਖਾ ਕੇ, ਹੱਥ ਧੋਤੇ, ਸੰਤਾਂ ਨੂੰ ਮੱਥਾ ਟੇਕ ਕੇ ਬੇਜੀ ਤੇ ਬੀਬੀ ਰਾਮਦੇਈ ਘਰ ਨੂੰ ਮੁੜ ਪਏ। ਰਾਮਦੇਈ ਰਾਹ 'ਚ ਹੀ ਗੱਲਾਂ ਕਰਦੀ ਰਹੀ, ਪਰ ਬੇਜੀ ਹੂੰ ਹਾਂ ਹੀ ਕਰਦੇ ਰਹੇ। ਉਹਨਾਂ ਦਾ ਧਿਆਨ ਅੱਜ ਪਤਾ ਨਹੀਂ ਕਿੱਥੇ ਸੀ। ਇੱਕ ਵਾਰੀ ਤਾਂ ਅੜਕ ਕੇ ਡਿੱਗਣ ਹੀ ਲੱਗੇ ਸੀ। 22 ਨੰਬਰ ਫਾਟਕ ਕੋਲੋਂ ਰਾਮਦੇਈ ਆਪਣੇ ਘਰ ਵੱਲ ਮੁੜ ਗਈ। ਸੋਚਾਂ ਜਿਹੀਆਂ 'ਚ ਘਿਰੇ ਬੇਜੀ ਘਰ ਪਹੁੰਚੇ। ਅੱਗੋਂ ਅਵਿਨਾਸ਼ ਆਪਣੀਆਂ ਸਹੇਲੀਆਂ ਦੇ ਨਾਲ ਬੈਠੀ ਚਾਹ ਪੀ ਰਹੀ ਸੀ। ਅਸੀਂ ਤਾਂ ਸੋਚਿਆ ਬੇਜੀ ਤਾਂ ਸੰਤ ਮਹਾਰਾਜ ਜੀ ਕੋਲ ਹੀ ਦਿਲ ਲੱਗ ਗਿਆ, ਜਿਹੜਾ ਆਏ ਨਹੀਂ ਹੁਣ ਤੱਕ। ਅਵਿਨਾਸ਼ ਨੇ ਆਪਣੀਆਂ ਸਹੇਲੀਆਂ ਦੇ ਸਾਹਮਣੇ ਬੇਜੀ ਨੂੰ ਮਜ਼ਾਕ ਕੀਤਾ। ਸਹੇਲੀਆਂ ਨੇ ਉੱਠ ਕੇ ਨਮਸਤੇ ਆਖੀ। ਜਿਉਂਦੀਆਂ ਵਸਦੀਆਂ ਰਹੋ, ਕਿਸੇ ਸੰਤ ਮਹਾਤਮਾ ਬਾਰੇ ਨਹੀਂ ਇਹੋ ਜਿਹੀਆਂ ਗੱਲਾਂ ਕਰੀਦੀਆਂ, ਬੇਜੀ ਨੇ ਗੰਭੀਰ ਹੋ ਕੇ ਦੱਸਿਆ ਤੇ ਆਪਣੇ ਕਮਰੇ 'ਚ ਚਲੇ ਗਏ। ਬਹਾਦਰ, ਪੁੱਛ ਬੇਜੀ ਨੂੰ ਖਾਣ ਲਈ ਕੀ ਲੈਣਾ? ਜੋ ਕੁਛ ਮੰਗਦੇ ਨੇ ਉੱਥੇ ਹੀ ਦਿਆ ਪਾ ਕੇ। ਅਵਿਨਾਸ਼ ਨੇ ਜਦੋਂ ਆਖਿਆ, ਬੇਜੀ ਸਮਝ ਗਈ ਕਿ ਉਹ ਨਹੀਂ ਚਾਹੁੰਦੀ ਕਿ ਮੈਂ ਉਹਨਾਂ ਦੇ ਕੋਲ ਆ ਕੇ ਬੈਠਾਂ। ਮੈਂ ਤਾਂ ਉਂਝ ਵੀ ਨਹੀਂ ਸੀ ਜਾਣਾ, ਬੇਜੀ ਸੋਚ ਰਹੀ ਸੀ। ਵਰਾਂਡੇ 'ਚ ਅਵਿਨਾਸ਼ ਤੇ ਉਹਦੀਆਂ ਸਹੇਲੀਆਂ ਚਾਹ ਵੀ ਪੀ ਰਹੀਆਂ ਸਨ ਤੇ ਗੱਪਾਂ ਵੀ ਮਾਰ ਰਹੀਆਂ ਸਨ। ਅੰਦਰ ਬਾਵੇ ਤੋਂ ਕੋਈ ਸ਼ੀਸ਼ੀ ਡਿੱਗ ਕੇ ਟੁੱਟ ਗਈ ਸੀ। ਅਵਿਨਾਸ਼ ਦੀ ਸੈਂਟ ਦੀ ਸ਼ੀਸ਼ੀ ਟੁੱਟੀ ਸੀ। ਅਵਿਨਾਸ਼ ਉੱਠ ਕੇ ਅੰਦਰ ਗਈ, ਕੱਸ ਕੇ 2 ਚਪੇੜਾਂ ਲਾਈਆਂ ਬਾਵੇ ਦੇ। ਦੰਦ ਪੀ ਕੇ ਆਖਣ ਲੱਗੀ, ਈਡੀਅਟ, ਕੋਈ ਨਾ ਕੋਈ ਨੁਕਸਾਨ ਹੀ ਕਰੇਗਾ। ਬਾਵੇ ਨੇ ਝੰਗਿਆੜਾ ਮਾਰਨੀਆਂ ਸ਼ੁਰੂ ਕਰਤੀਆਂ। ਚੀਕ ਚਿਹਾੜਾ ਸੁਣ ਕੇ ਬੇਜੀ ਤੋਂ ਰਿਹਾ ਨਹੀਂ ਗਿਆ। ਉੱਠ ਕੇ ਅਵਿਨਾਸ਼ ਹੋਰਾਂ ਵਾਲੇ ਕਮਰੇ 'ਚ ਗਏ। ਬਾਵੇ ਨੂੰ ਅਵਿਨਾਸ਼ ਤੋਂ ਛੁਡਾ ਕੇ ਬੋਲੇ, ਬਹੂ, ਇਹ ਤਾਂ ਭਲਾ ਨਿਆਣਾ ਹੈ, ਤੂੰ ਤਾਂ ਨਹੀਂ ਨਿਆਣੀ। ਤੁਸੀਂ ਬੇਜੀ ਰਹਿਣ ਦਿਓ, ਦੇਖਦੇ ਨਹੀਂ ਕਿੱਡੀ ਮਹਿੰਗੀ ਸੈਂਟ ਦੀ ਸ਼ੀਸ਼ੀ ਤੋੜਤੀ ਹੈ। ਨਿਆਣੇ ਨੂੰ ਹੁਣ ਕੀ ਪਤਾ, ਨਾਲੇ ਇਹਨੇ ਕਿਹੜਾ ਜਾਣ ਕੇ ਤੋੜੀ ਹੈ। ਬੇਜੀ ਨੇ ਗਾਂਹ ਹੋ ਕੇ ਬਾਵੇ ਦੀ ਬਾਂਹ ਫੜਦਿਆਂ ਕਿਹਾ, ਤੁਸੀਂ ਬੇਜੀ ਦਖਲ ਨਾ ਦਿਆ ਕਰੋ, ਤੁਸੀਂ ਚੁੱਪ ਕਰਕੇ ਆਪਣੇ ਕਮਰੇ 'ਚ ਬੈਠਿਆ ਕਰੋ। ਤੁਸੀਂ ਇਉਂ ਹੀ ਇਹਨੂੰ ਝਮਲਾ ਦਿੱਤਾ। ਅਵਿਨਾਸ਼ ਬੇਜੀ ਨੂੰ ਵੀ ਹਰਕ ਕੇ ਪਈ। ਬੇਜੀ ਨਿੰਮੋ ਝੂਣੇ ਜਿਹੇ ਹੋ ਕੇ ਆਪਣੇ ਕਮਰੇ ਵੱਲ ਨੂੰ ਮੁੜ ਪਏ। ਉਹਨਾਂ ਨੇ ਸੋਚਿਆ ਕੀ ਆਖਣਗੀਆਂ ਇਹਦੀਆਂ ਸਹੇਲੀਆਂ ਵੀ ਸੱਸ ਨੂੰ ਕਿਵੇਂ ਬੋਲਦੀ ਹੈ। ਅਵਿਨਾਸ਼ ਕੁਝ ਚਿਰ ਮਗਰੋਂ ਬਾਵੇ ਨੂੰ ਚੁੱਪ ਕਰਵਾ ਕੇ ਆਪਣੀਆਂ ਸਹੇਲੀਆਂ ਨੂੰ ਦੱਸ ਰਹੀ ਸੀ, ਇਹਨੂੰ ਵਿਗਾੜਿਆ ਹੀ ਇਹਦੀ ਦਾਦੀ ਨੇ। ਬਾਹਰਲੇ ਮੁਲਕਾਂ 'ਚ ਤਦ ਤਾਂ ਬੁੜਿਆਂ ਨੂੰ ਓਲਡ ਪੀਪਲਸ ਹੋਮ 'ਚ ਛੱਡ ਆਉਂਦੇ ਨੇ, ਅਵਿਨਾਸ਼ ਦੀ ਇੱਕ ਸਹੇਲੀ ਦੱਸ ਰਹੀ ਸੀ। ਅੰਗ 7ਵਾਂ।
ਦੁਪਹਿਰ ਵੇਲੇ ਬੇਜੀ ਆਪਣੇ ਕਮਰੇ 'ਚ ਬੈਠੇ ਚੌਲਾਂ ਨੂੰ ਸਾਫ਼ ਕਰ ਰਹੇ ਸਨ। ਬੇਜੀ ਨੂੰ ਯਾਦ ਆਇਆ, ਅਵਿਨਾਸ਼ ਦੀ ਸਹੇਲੀ ਉਸ ਦਿਨ ਆਖ ਰਹੀ ਸੀ ਕਿ ਬਾਹਰਲੇ ਮੁਲਕਾਂ 'ਚ ਲੋਕ ਆਪਣੇ ਬੁੜੇ ਬੁੜੀਆਂ ਨੂੰ ਅਨਾਥ ਆਸ਼ਰਮ 'ਚ, ਆਖ ਲਓ ਬਿਰਧ ਆਸ਼ਰਮਾਂ 'ਚ ਛੱਡ ਆਉਂਦੇ ਨੇ, ਜਿੱਥੇ ਸਰਕਾਰ ਹੀ ਉਹਨਾਂ ਦੀ ਰੋਟੀ ਪਾਣੀ ਦਾ ਪ੍ਰਬੰਧ ਕਰਦੀ ਹੈ। ਘਰ ਦੇ ਤਾਂ ਮਿਲਣ ਵੀ ਘੱਟ ਵੱਧ ਹੀ ਜਾਂਦੇ ਨੇ। ਘਰਦਿਆਂ ਨੂੰ ਉਡੀਕਦੇ ਹੀ ਬੁੜੇ ਬੁੜੀਆਂ ਮਰ ਮੁੱਕ ਜਾਂਦੇ ਨੇ। ਇਹ ਸੋਚਦਿਆਂ ਬੇਜੀ ਦੇ ਜਿਵੇਂ ਦਿਲ ਨੂੰ ਡੋਲ ਜਿਹਾ ਪਿਆ। ਲੱਗਿਆ ਜਿਵੇਂ ਉਹਨਾਂ ਦਾ ਕਮਰਾ ਹੀ ਅਨਾਥ ਆਸ਼ਰਮ ਜਾਂ ਆਖ ਲਓ ਬਿਰਧ ਆਸ਼ਰਮ ਹੋਵੇ। ਜਿਵੇਂ ਉਹਨਾਂ ਨੂੰ ਰੋਟੀ ਵੀ ਤਰਸ ਕਰਕੇ ਦਿੱਤੀ ਜਾਂਦੀ ਹੋਵੇ। ਟੱਪ ਟੱਪ ਕਰਕੇ ਹੰਝੂ ਉਹਨਾਂ ਦੀਆਂ ਅੱਖਾਂ 'ਚੋਂ ਗਿਰਨ ਲੱਗੇ। ਵਾਹਿਗੁਰੂ ਵਾਹਿਗੁਰੂ, ਮੈਂ ਕਿਹੜੀਆਂ ਸੋਚਾਂ 'ਚ ਪੈ ਗਈ। ਜਿਉਂਦਾ ਰਹੇ ਸੁੱਖ ਨਾਲ ਮੇਰਾ ਮਹਿੰਦਰ। ਸਤਿਆਮਾਨ ਕਦੇ ਅੱਖ 'ਚ ਪਾਇਆ, ਕਿਹੜਾ ਰੜਕਿਆ। ਰਮਣੀਕ ਕਰਕੇ ਜ਼ਰਾ ਤਲਖ ਹੋ ਗਿਆ ਸੀ। ਕਿਤੇ ਤਾਂ ਉਹਨੇ ਆਪ ਮੂਹਰੇ ਹੋ ਕੇ ਰਮਣੀਕ ਦਾ ਵਿਆਹ ਕਰਨਾ ਸੀ। ਕਿੱਥੇ ਉਸ ਕੜਗੀ ਦੀ ਖਬਰ ਨਹੀਂ ਮੱਤ ਨੂੰ ਕਿ ਪੁੱਠੀ ਭੁਆਣੀ ਆ ਗਈ ਸੀ। ਆਪ ਤੋਂ 20 ਸਾਲ ਵੱਡੇ ਟੱਬਰ ਟੀਰ ਵਾਲੇ ਬੰਦੇ ਦੇ ਨਾਲ ਉਹਦਾ ਕੀ ਮੇਲ। ਕਮਲੀ ਨੂੰ ਇੰਨੀ ਪਤਾ ਬਈ ਆਦਮੀਆਂ ਨੂੰ ਬਥੇਰੇ ਚੋਚਲੇ ਕਰਨੇ ਆਉਂਦੇ ਹੁੰਦੇ ਨੇ। ਜਿਹੜਾ ਆਦਮੀ ਆਪਣੇ ਬੱਚਿਆਂ ਦੀ ਮਾਂ ਦਾ ਨਹੀਂ ਬਣਿਆ, ਉਹ ਹੋਰ ਕਿਸੇ ਦਾ ਕੀ ਬਣ ਜੂ। ਇਹੀ ਗੱਲ ਨਹੀਂ ਬੇਅਕਲ ਨੂੰ ਸਮਝ ਲੱਗਦੀ। ਬੇਜੀ ਆਪਣੇ ਕਮਰੇ 'ਚ ਬੈਠੇ ਪਤਾ ਨਹੀਂ ਕੀ ਸੋਚੀ ਜਾ ਰਹੇ ਸਨ। ਬਹਾਦਰ ਬੇਜੀ ਦਾ ਖਾਣਾ ਲੈ ਆਇਆ। ਬੇਜੀ ਨੇ ਇੱਕ ਫੁਲਕਾ ਤੇ ਥੋੜੀ ਜਿਹੀ ਆਲੂ ਗੋਭੀ ਦੀ ਸਬਜ਼ੀ ਰੱਖ ਕੇ ਬਾਕੀ ਸਭ ਕੁਝ ਬਹਾਦਰ ਨੂੰ ਵਾਪਸ ਕਰਤਾ। ਔਰ ਨਹੀਂ ਖਾਣਾ? ਬਹਾਦਰ ਨੇ ਪੁੱਛਿਆ। ਚਿੱਤ ਜਿਹਾ ਨਹੀਂ ਮੰਨਦਾ, ਆਖ ਬੇਜੀ ਅਣਮੰਨੇ ਜੇ ਮਨ ਨਾਲ ਰੋਟੀ ਖਾਣ ਲੱਗ ਪਏ। ਰੋਟੀ ਖਾ ਕੇ ਹੱਥ ਧੋ ਕੇ ਤੌਲੀਏ ਨਾਲ ਪੂੰਝ ਕੇ ਬੇਜੀ ਨੇ ਅਲਮਾਰੀ ਵਿੱਚੋਂ ਇੱਕ ਗ੍ਰੰਥ ਕੱਢ ਲਿਆ। ਇੱਕ ਥਾਂ ਤੋਂ ਖੋਲ ਕੇ ਪੜ੍ਹਨ ਲੱਗੇ। ਕਥਾ ਸੀ ਕਿ ਬਾਲਮੀਕ ਜੀ ਜਦੋਂ ਰਾਮਾਇਣ ਲਿਖ ਰਹੇ ਸਨ ਤਾਂ ਜਿਹੜਾ ਅਧਿਆਇ ਲਿਖ ਲੈਂਦੇ ਸਨ, ਰਾਤ ਵੇਲੇ ਸਭ ਨੂੰ ਪੜ੍ਹ ਕੇ ਸੁਣਾਉਂਦੇ। ਇੱਕ ਦਿਨ ਉਹਨਾਂ ਨੇ ਪੜ੍ਹ ਕੇ ਸੁਣਾਇਆ ਕਿ ਜਿਸ ਵਣ ਵਿੱਚ ਰਾਵਣ ਨੇ ਸੀਤਾ ਨੂੰ ਕੈਦ 'ਚ ਰੱਖਿਆ ਹੋਇਆ ਸੀ, ਉਸ ਵਿੱਚ ਬਹੁਤ ਸਾਰੇ ਚਿੱਟੇ ਫੁੱਲ ਖਿੜੇ ਹੋਏ ਸਨ। ਸਰੋਤਿਆਂ ਵਿੱਚ ਹਨੂੰਮਾਨ ਵੀ ਬੈਠਾ ਹੋਇਆ ਸੀ। ਉਹ ਤੁਰਿਆ ਨਾ ਗਿਆ, ਉੱਠ ਕੇ ਖੜਾ ਹੋ ਗਿਆ, ਹੱਥ ਜੋੜ ਕੇ ਆਖਣ ਲੱਗਾ, ਨਹੀਂ ਜੀ, ਉੱਥੇ ਚਿੱਟੇ ਨਹੀਂ ਲਾਲ ਫੁੱਲ ਖਿੜੇ ਹੋਏ ਸਨ। ਬਾਲਮੀਕ ਨੇ ਸਮਝਾਇਆ, ਜੋ ਕੁਝ ਮੈਂ ਦਿਵ ਦ੍ਰਿਸ਼ਟੀ ਨਾਲ ਦੇਖਿਆ ਉਹ ਗਲਤ ਨਹੀਂ ਹੋ ਸਕਦਾ। ਹਨੂੰਮਾਨ ਨੇ ਦੱਸਿਆ, ਜੀ ਮੈਂ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ। ਜਦੋਂ ਬਾਲਮੀਕ ਜੀ ਫੇਰ ਵੀ ਨਾ ਮੰਨੇ ਤਾਂ ਹਨੂੰਮਾਨ ਸੀਤਾ ਜੀ ਕੋਲ ਗਿਆ ਤੇ ਆਖਣ ਲੱਗਿਆ, ਸੀਤਾ ਮਾਤਾ, ਰਾਵਣ ਦੇ ਉਸ ਬਾਗ 'ਚ ਲਾਲ ਫੁੱਲ ਸਨ ਤੇ ਬਾਲਮੀਕ ਜੀ ਆਖੀ ਜਾ ਰਹੇ ਹਨ ਕਿ ਉੱਥੇ ਚਿੱਟੇ ਫੁੱਲ ਸਨ। ਸੀਤਾ ਮਾਤਾ ਹੱਸ ਪਿਆ, ਆਖਣ ਲੱਗੇ, ਜੋ ਬਾਲਮੀਕ ਜੀ ਆਖਦੇ ਹਨ ਠੀਕ ਹੀ ਹੋਏਗਾ। ਇਹ ਸੁਣ ਕੇ ਹਨੂੰਮਾਨ ਰਾਮਚੰਦਰ ਜੀ ਕੋਲ ਗਿਆ ਤੇ ਆਖਣ ਲੱਗਾ, ਮਹਾਰਾਜ, ਰਾਵਣ ਦੇ ਉਸ ਵਣ ਵਿੱਚ ਜਿੱਥੇ ਸੀਤਾ ਮਾਤਾ ਕੈਦ ਸੀ, ਲਾਲ ਫੁੱਲ ਸਨ ਤੇ ਬਾਲਮੀਕ ਜੀ ਆਖਦੇ ਹਨ ਚਿੱਟੇ ਫੁੱਲ ਸਨ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਅੱਖੀਂ ਵੇਖ ਕੇ ਆਇਆ, ਉਹ ਫਿਰ ਵੀ ਨਹੀਂ ਮੰਨਦੇ। ਰਾਮਚੰਦਰ ਜੀ ਹੱਸ ਪਏ, ਆਖਣ ਲੱਗੇ, ਹਨੂੰਮਾਨ, ਉਸ ਵਣ ਵਿੱਚ ਫੁੱਲ ਚਿੱਟੇ ਹੀ ਸਨ, ਪਰ ਕਿਉਂਕਿ ਉਸ ਵੇਲੇ ਤੂੰ ਗੁੱਸੇ 'ਚ ਸੀ, ਇਸ ਲਈ ਤੈਨੂੰ ਉਹ ਲਾਲ ਦਿਸ ਰਹੇ ਸਨ। ਬੇਜੀ ਨੇ ਪੋਥੀ ਬੰਦ ਕਰਕੇ ਅਲਮਾਰੀ 'ਚ ਰੱਖ ਦਿੱਤੀ। ਉਹਨਾਂ ਨੂੰ ਲੱਗਿਆ ਬੰਦੇ ਨੂੰ ਗੁੱਸੇ 'ਚ ਕੀ ਦਿਸਣ ਲੱਗ ਜਾਂਦਾ ਹੈ। ਇਉਂ ਸੋਚਦੇ ਬੇਜੀ ਪਤਾ ਨਹੀਂ ਕਿੱਥੋਂ ਦੇ ਕਿੱਥੇ ਲੰਘ ਗਏ। ਉਹਨਾਂ ਨੇ ਪੋਥੀ ਬੰਦ ਕਰਕੇ ਉਸੇ ਤਰ੍ਹਾਂ ਰੁਮਾਲ 'ਚ ਵਲੇਟ ਕੇ ਅਲਮਾਰੀ 'ਚ ਰੱਖ ਦਿੱਤੀ। ਫਿਰ ਉਹ ਆਪਣੀ ਚੁੰਨੀ ਲੇੜਨ ਲੱਗ ਪਏ। ਇੰਨੇ ਨੂੰ ਅੱਧੋ ਰਾਣੇ ਜੇ ਕੱਪੜੇ ਪਾਈ ਡਿੱਕੋ ਡੋਲੇ ਜੇ ਖਾਂਦੀ ਤਹਿਸੀਲਦਾਰ ਨਹੀਂ ਆ ਗਈ। ਆਜਾ ਸੰਤੋਖ ਦੀ ਬੀਬੀ, ਠੀਕ ਤਾਂ ਹੈ? ਬੇਜੀ ਨੇ ਕੁਰਸੀ ਉਸ ਵੱਲ ਕਰਦਿਆਂ ਪੁੱਛਿਆ। ਢਿੱਡ 'ਚ ਹੌਲ ਜਿਹਾ ਉੱਠਿਆ ਸੀ। ਸੋਚਿਆ, ਦੁਪਹਿਰੇ ਸਿਖਰ ਹੋਰ ਤਾਂ ਕਿਹਦੇ ਕੋਲ ਜਾਵਾਂ? ਬੇਬੇ ਜੀ ਕੋਲ ਚੱਲਦੀ ਆਂ। ਕੁਰਸੀ ਉੱਪਰ ਬੈਠਦੀ ਢਲਦੀ ਉਮਰ ਦੀ ਤੇ ਦਰਮਿਆਨੇ ਕੱਦ ਦੀ ਤਹਿਸੀਲਦਾਰ ਨਹੀਂ ਬੋਲੀ। ਜੀ ਸਦਕੇ, ਦੱਸ, ਰੋਟੀ ਖਾਏਂਗੀ ਕਿ ਚਾਹ ਪੀਏਂਗੀ? ਰੋਟੀ ਛੱਡ ਕੇ ਆਈਆਂ ਤੇ ਚਾਹ ਨੂੰ ਚਿੱਤ ਨਹੀਂ ਕਰਦਾ। ਤੁਹਾਨੂੰ ਪਤਾ ਵੀ ਲਾਲੇ ਦੇ ਮੁੰਡੇ ਨੂੰ ਕੈਂਸਰ ਹੋ ਗਿਆ। ਡਾਕਟਰਾਂ ਨੇ ਆਖ ਦਿੱਤਾ ਵੀ ਵੱਧ ਤੋਂ ਵੱਧ 2 ਮਹੀਨੇ ਘਟਾਊਗਾ। ਹੈਂ ਕੁੜੇ, ਲੋੜਾ, ਲਾਲੇ ਦੇ ਤਾਂ ਵਿਚਾਰੇ ਦੇ ਇੱਕੋ ਮੁੰਡਾ। ਇਹ ਕਲਯੁਗ ਹੈ ਬੇਬੇ ਜੀ। ਇਸ ਹੱਥ ਕਰ ਲੈ, ਐਸ ਹੱਥ ਭਰ ਲੈ। ਰੱਬ ਤੁਰੰਤ ਹਿਸਾਬ ਕਿਤਾਬ ਬਰਾਬਰ ਕਰ ਦਿੰਦਾ। ਬੜੇ ਸਾਲ ਹੋਏ ਇਸ ਲਾਲੇ ਨੇ ਆਪਣੀ ਮਾਂ ਅੰਦਰੇ ਗਲ ਘੁੱਟ ਕੇ ਮਾਰਤੀ ਸੀ। ਹੈ ਕੁੜੇ, ਕਾਹਤੋਂ? ਥੋੜਾ ਥੋੜਾ ਕਰਕੇ ਉਹ ਸਾਰੀ ਉਮਰ ਬੱਚਤਾਂ ਕਰਦੀ ਰਹੀ। ਕੁਛ ਪੈਸਾ ਟਕਾ ਮਰਨ ਲੱਗਿਆ ਬੁੜਾ ਦੇ ਗਿਆ ਸੀ। ਇਹਨੇ ਸੋਚਿਆ ਆਪਣੀ ਕੁੜੀ ਨੂੰ ਦੇ ਦੇਵੇ ਕਿਤੇ। ਇਹ ਤੰਗ ਰੱਖਦੇ ਸੀ ਤੇ ਉਹ ਆਖਣ ਲੱਗੀ ਸੀ ਵੀ ਮੈਂ ਆਪਣੀ ਧੀ ਕੋਲ ਚਲੀ ਜਾਣਾ। ਕੁੜੀ ਨੇ ਲੈਣ ਆਉਣਾ ਸੀ ਦਿੱਲੀ ਤੋਂ। ਉਹਦੀ ਆਉਂਦੀ ਨੂੰ ਤਾਂ ਫੁੱਲ ਵੀ ਚੁਗੇ ਗਏ ਸੀ। ਰੱਬ ਤੋਂ ਭੁੱਲੇ ਹੋਏ ਲੋਕ ਪਾਪ ਤੋਂ ਨਹੀਂ ਡਰਦੇ। ਬਈ ਮਾਇਆ ਕੀ ਮਰਨ ਲੱਗੇ ਛਾਤੀ ਤੇ ਧਰ ਕੇ ਲੈ ਜਾਓਗੇ। ਲੋਕਾਂ 'ਚ ਆਖਤਾ ਵੀ ਬੁੜੀ ਦਾ ਦਿਲ ਫੇਲ ਹੋ ਗਿਆ। ਇਹ ਤਾਂ ਹੁਣ ਜਦ ਮੁੰਡੇ ਨੂੰ ਕੈਂਸਰ ਦਾ ਪਤਾ ਲੱਗਿਆ ਤਾਂ ਲਾਲੀ ਰੋਂਦੀ ਸੀ ਵੀ ਇਹਦੀਆਂ ਕਰਨੀਆਂ ਸਾਨੂੰ ਭਰਨੀਆਂ ਪੈ ਰਹੀਆਂ ਨੇ। ਹੁਣ ਮਾਰਲੇ ਪੈਸੇ ਨੂੰ ਕਾਲਜੇ 'ਚ ਜੱਗ ਤੋਂ ਨਾਂ ਹੀ ਚੱਕਿਆ ਜਾਣਾ। ਉਦੋਂ ਨਹੀਂ ਲੋਕ ਸੋਚਦੇ। ਹੁਣ ਬਥੇਰੇ ਪੁੰਨਦਾਨ ਕਰਾਉਂਦਾ ਫਿਰਦਾ ਹੈ।
ਕੋਈ ਪੁੱਛੇ ਵੀ ਤੂੰ ਕਰਮਾਂ ਨੂੰ ਪੁੱਠੇ ਕਿਵੇਂ ਗੇੜੇ ਦੇਵੇਂਗਾ, ਉਦੋਂ ਨਹੀਂ ਨਾ ਬੰਦਾ ਸੋਚਦਾ। ਹੁਣ ਜੀਤ ਦੀ ਮਾਂ ਨੇ ਆਦਮੀ ਮਰੇ ਤੋਂ ਕਿੰਨੀ ਦੋਸਤੀ ਜੀਤ ਨੂੰ ਪਾਲਿਆ ਸੀ। ਬਹੂ ਅਜਿਹੀ ਗਾਈ ਖਲਣੇ ਦੀ ਆਈ, ਮਾਂ ਨਾਲ ਗੱਲ ਵੀ ਨਹੀਂ ਕਰਨ ਦਿੰਦੀ। ਆਖੇ ਇਹ ਸਿਖਾ ਦਿੰਦੀ ਹੈ ਮੇਰੇ ਉਲਟ ਵੀ ਫਿੱਟੇ ਮੂੰਹ ਤੁਹਾਡੀ ਅਕਲ ਦੇ, ਕੋਈ ਮਾਂ ਵੀ ਪੁੱਤ ਦਾ ਘਰ ਖਰਾਬ ਕਰੂਗੀ। ਅਸਲ 'ਚ ਬੁੜੇ ਬੁੜੀਆਂ ਊਂ ਬੁਰੇ ਲੱਗਣ ਲੱਗ ਜਾਂਦੇ ਨੇ, ਬਾਕੀ ਤਾਂ ਬਹਾਨੇ ਹੁੰਦੇ ਨੇ। ਬੇਜੀ ਬੋਲੀ, ਕੀ ਰੱਬ ਨੇ ਖੇਲ ਬਣਾਇਆ ਬਈ ਇੱਕ ਪੂਰ ਆਉਂਦਾ ਦੂਜਾ ਲੰਘ ਜਾਂਦਾ। ਬਹੂਆਂ ਇਉਂ ਕਿਉਂ ਨਹੀਂ ਸੋਚਦੀਆਂ ਵੀ ਕੱਲ ਨੂੰ ਅਸੀਂ ਵੀ ਬੁੜੀਆਂ ਹੋਵਾਂਗੀਆਂ, ਸਾਡੀਆਂ ਨੂੰਹਾਂ ਵੀ ਸਾਡੇ ਨਾਲ ਇਉਂ ਹੀ ਕਰਨਗੀਆਂ। ਇਹ ਤਹਿਸੀਲਦਾਰ ਨਹੀਂ ਦੱਸ ਰਹੀ ਸੀ। ਤੂੰ ਨਹੀਂ ਆਪਣਾ ਮੁੰਡਾ ਵਿਆਹਣਾ, ਜਾਂ ਉਹ ਉੱਧਰ ਹੀ ਕਿਸੇ ਮੇਮ ਨਾਲ ਕਰਾਊਗਾ। ਅਸੀਂ ਤਾਂ ਕੁਛ ਨਹੀਂ ਆਖਦੇ, ਜਿਵੇਂ ਮਰਜ਼ੀ ਕਰ ਲੈ। ਇਹ ਤਾਂ ਉਸੇ ਵੇਲੇ ਨੂੰ ਪਛਤਾਉਂਦੇ ਨੇ ਜਦੋਂ ਨਛੱਤਰ ਦੇ ਚਪੇੜ ਮਾਰ ਬੈਠੇ। 11ਵੀਂ 'ਚ ਪੜ੍ਹਦਾ ਸੀ। ਬਾਹਰੋਂ ਕਿਸੇ ਮੁੰਡੇ ਨੇ ਨਸ਼ੇ ਦੀਆਂ ਗੋਲੀਆਂ ਖਵਾਤੀਆਂ। ਇਹਨਾਂ ਨੂੰ ਚੜ੍ਹ ਗਿਆ ਗੁੱਸਾ, ਬਸ ਇੱਕ ਹੀ ਚਪੇੜ ਮਾਰੀ ਸੀ, ਘਰੋਂ ਹੀ ਚਲਾ ਗਿਆ। ਉਹ ਦਿਨ ਤੇ ਆਹ ਦਿਨ ਮੁੜ ਕੇ ਮੁੰਡੇ ਦੀ ਉਗ ਸੁਗ ਵੀ ਨਹੀਂ ਨਿਕਲੀ। ਪੱਤ ਪੱਤ ਕਰਕੇ ਟੋਲ ਲਿਆ, ਖਬਰ ਨਹੀਂ ਕੀ ਪੈਰ ਗਿਆ, ਮੁੜ ਕੇ ਭਾਫ ਨਹੀਂ ਨਿਕਲੀ ਵੀ ਮੁੰਡਾ ਕਿੱਧਰ ਨੂੰ ਗਿਆ। ਕਦੇ ਕਦੇ ਕੋਈ ਪੰਡਤ ਜਦੋਂ ਆਖ ਦਿੰਦਾ ਵੀ ਜਿਉਂਦਾ ਮੋੜ ਆਊ ਤਾਂ 5-7 ਦਿਨ ਹੌਸਲਾ ਰਹਿੰਦਾ ਹੈ, ਨਹੀਂ ਤਾਂ ਊਂ ਜੀ ਡੁੱਬਿਆ ਰਹਿੰਦਾ ਵੀ ਖਬਰ ਨਹੀਂ ਚੰਦਰੇ ਦੇ ਜੀ 'ਚ ਕੀ ਆਈ, ਕੀ ਉਹਦੇ ਨਾਲ ਹੋਇਆ। ਕਿਤੇ ਖੂਹ ਟੋਬੇ 'ਚ ਡੁੱਬ ਗਿਆ ਜਾਂ ਦੇਸੀ ਪਰਦੇਸੀ ਲੰਘ ਗਿਆ। ਪਰ ਫੇਰ ਲੱਗਦਾ ਜੇ ਕਿਧਰੇ ਹੁੰਦਾ, ਕਦੇ ਤਾਂ ਜੀ ਉਛਾਲਾ ਖਾਂਦਾ, ਕਦੇ ਤਾਂ ਮਾਂ ਬੁੱਢੜੀ ਯਾਦ ਆਉਂਦੀ, ਕਦੇ ਤਾਂ ਘਰ ਨੂੰ ਮੁੜਦਾ। ਬਸ ਸੋਚ ਸੋਚ ਕੇ ਜੀ ਡੋਬੇ ਸੋਕੇ ਹੋਇਆ ਰਹਿੰਦਾ। ਕਦੇ ਕਦੇ ਤਾਂ ਜਾਣੀ ਸਾਮਰ ਤੱਕ ਉਹਦੀ ਆਵਾਜ਼ ਸੁਣਦੀ ਹੈ, ਜਿਵੇਂ ਮੈਨੂੰ ਹਾਕ ਮਾਰੀ ਹੋਵੇ। ਤਹਿਸੀਲਦਾਰ ਨੇ ਹੌਕਾ ਭਰ ਕੇ ਆਖਿਆ, ਰੱਬ ਦੀਆਂ ਲਿਖੀਆਂ ਨੇ। 10 ਚਾਹ ਮੰਗਵਾਵਾਂ? ਨਹੀਂ ਬੇਬੇ ਜੀ, ਤੇਰੀ ਨੂੰਹ ਤਾਂ ਸਾਊ ਹੈ ਨਾ। ਆਹੋ ਸਾਊ ਹੈ। ਰਮਨੀਕ ਹੁਣ ਆਉਂਦੀ ਹੋਈ ਨਹੀਂ ਇੱਥੇ? ਛੁੱਟੀਆਂ ਤਾਂ ਹੁੰਦੀਆਂ ਹੀ ਹੋਣਗੀਆਂ। ਤਹਿਸੀਲਦਾਰਨੀ ਨੇ ਪੁੱਛਿਆ। ਜਵਾਕਾਂ ਦੀ ਮਰਜ਼ੀ ਹੈ, ਬੇਜੀ ਨੇ ਅਣਮੰਨੇ ਜੇ ਮਨ ਨਾਲ ਜਵਾਬ ਦਿੱਤਾ। ਵਿਆਹ ਕਰਦੇ ਉਹਦਾ, ਹੁਣ ਜਿਹਦੇ ਨਾਲ ਆਖਦੀ ਹੈ ਉਸੇ ਨਾਲ ਕਰਦੇ। ਤਹਿਸੀਲਦਾਰਨੀ ਨੇ ਜਦੋਂ ਆਖਿਆ, ਬੇਜੀ ਝਿਜਕ ਜੇ ਗਏ ਕਿ ਲੋਕਾਂ ਨੂੰ ਖਬਰ ਨਹੀਂ ਕੀ ਕੁਝ ਪਤਾ। ਬੇਜੀ ਨੂੰ ਚੁੱਪ ਜੇ ਦੇਖ ਕੇ ਤਹਿਸੀਲਦਾਰਨੀ ਉੱਠ ਖੜੀ ਹੋਈ। ਚੰਗਾ ਬੇਬੇ ਜੀ, ਮੈਂ ਚੱਲਦੀ ਹਾਂ। ਆਪ ਉਹ ਤੁਰ ਪਈ। ਬੇਜੀ ਨੇ ਉਹਨੂੰ ਹੋਰ ਬੈਠ ਜਾਣ ਲਈ ਨਹੀਂ ਆਖਿਆ। ਉਹਨੂੰ ਪੌੜੀਆਂ ਤੱਕ ਛੱਡ ਕੇ ਮੁੜ ਆਪਣੇ ਕਮਰੇ 'ਚ ਆ ਕੇ ਪੈ ਗਏ। ਪਤਾ ਨਹੀਂ ਉਹਨਾਂ ਦੀ ਕਦੋਂ ਅੱਖ ਲੱਗ ਗਈ, ਜਦੋਂ ਜਾਗੇ 4 ਵੱਜ ਗਏ ਸਨ। ਉਹਨਾਂ ਨੂੰ ਭੁਲੇਖਾ ਜਿਹਾ ਲੱਗਿਆ, ਜਿਵੇਂ ਮਹਿੰਦਰ ਦੀ ਆਵਾਜ਼ ਸੁਣੀ ਹੋਵੇ। ਚਾਹ ਦੇਣ ਆਏ ਬਹਾਦਰ ਨੂੰ ਪੁੱਛਿਆ, ਕਾਕਾ ਮਹਿੰਦਰ ਆਇਆ? ਉਹਨੇ ਦੱਸਿਆ, ਹਾਂਜੀ ਆਏ ਹੈ। ਬੇਜੀ ਨੂੰ ਹੈਰਾਨੀ ਲੱਗੀ, ਉਹਨੂੰ ਹੁਣ ਤੱਕ ਮੱਥਾ ਟੇਕਣ ਕਿਉਂ ਨਹੀਂ ਸੀ ਆਇਆ। ਫਿਰ ਆਪ ਹੀ ਸੋਚ ਲਿਆ, ਖਬਰੇ ਆਇਆ ਹੋਵੇ ਤੇ ਮੇਰੀ ਅੱਖ ਲੱਗੀ ਦੇਖ ਮੁੜ ਗਿਆ ਹੋਵੇ। ਨਹੀਂ, ਪਰ ਹੋ ਸਕਦਾ ਥੱਕ ਕੇ ਆਇਆ ਹੋਵੇ। ਪਰ ਜਦੋਂ ਹਨੇਰਾ ਹੋ ਗਿਆ, ਮਹਿੰਦਰ ਫੇਰ ਵੀ ਨਾ ਆਇਆ ਤਾਂ ਇੱਕ ਮਨ ਹੋਇਆ ਆਪ ਹੀ ਜਾ ਕੇ ਵੇਖ ਆਵਾਂ, ਤੇ ਉੱਠ ਕੇ ਗਈ ਵੀ। ਪਰ ਵਹੁਟੀ ਦੇ ਦਰਵਾਜ਼ਾ ਭੀੜ ਰੱਖਿਆ ਸੀ ਤੇ ਉਹ ਬਾਵੇ ਨੂੰ ਕਿਸੇ ਗੱਲੋਂ ਡਾਂਟ ਰਹੀ ਸੀ। ਉਹ ਨਹੀਂ ਪੈਰੀ ਵਾਪਸ ਪਰਤ ਆਇਆ। ਸੋਚਿਆ ਰਾਤ ਦੀ ਰੋਟੀ ਵੇਲੇ ਤਾਂ ਮਾਂ ਨੂੰ ਯਾਦ ਕਰੇਗਾ ਹੀ, ਪਰ ਨਹੀਂ, ਸਾਰਿਆਂ ਨੇ ਰੋਟੀ ਖਾ ਲਈ ਸੀ। ਉਹਦੀ ਰੋਟੀ ਅਵਿਨਾਸ਼ ਨੇ ਕਮਰੇ 'ਚ ਹੀ ਭਿਜਵਾਤੀ। ਰੋਟੀ ਖਾਣ ਨੂੰ ਬੇਜੀ ਦੀ ਉੱਕਾ ਹੀ ਰੂਹ ਨਹੀਂ ਸੀ ਕਰਦੀ, ਪਰ ਸੋਚਿਆ ਮਹਿੰਦਰ ਨੂੰ ਦੱਸੂਗੀ। ਅਵਿਨਾਸ਼ ਵੀ ਬੇਜੀ ਨਖਰੀ ਕਰਦੀ ਹੈ। ਉਹਨਾਂ ਨੇ ਉਸੇ ਤਰ੍ਹਾਂ ਅਣਮੰਨੇ ਜੇ ਮਨ ਨਾਲ ਇੱਕ ਰੋਟੀ ਖਾ ਲਈ ਤੇ ਦੂਜੀ ਭੋਰਾ ਚੂਰਾ ਕਰਕੇ ਬਹਾਦਰ ਨੂੰ ਕੋਠੇ ਉੱਤੇ ਚਿੜੀਆਂ ਨੂੰ ਪਾ ਦੇਣ ਨੂੰ ਦੇ ਦਿੱਤੀ। ਬੜੀ ਰਾਤ ਗਈ ਤੱਕ ਅਵਿਨਾਸ਼ ਹੋਰਾਂ ਦੇ ਕਮਰੇ 'ਚ ਉੱਧਰ ਆਵਾਜ਼ਾਂ ਸੁਣਦੀਆਂ ਰਹੀਆਂ ਤੇ ਬੜੀ ਰਾਤ ਗਈ ਤੱਕ ਹੀ ਬੇਜੀ ਮੰਜੇ ਉੱਪਰ ਬੈਠੇ ਮਹਿੰਦਰ ਨੂੰ ਉਡੀਕਦੇ ਰਹੇ। ਅੱਧੀ ਰਾਤ ਗਈ ਜਦ ਸਭ ਚੁੱਪ-ਚਾਂ ਹੋ ਗਈ, ਦੱਬੇ ਪੈਰੀਂ ਗਏ। ਡਰਦਿਆਂ ਡਰਦਿਆਂ ਦਰਵਾਜ਼ੇ ਨਾਲ ਕੰਨ ਲਾ ਕੇ ਸੁਣਿਆ ਕਿ ਸੁੱਤੇ ਹਨ ਕਿ ਜਾਗਦੇ ਹਨ। ਉਹ ਘੂਕ ਸੁੱਤੇ ਪਏ ਸਨ। ਵਾਪਸ ਆਪਣੇ ਕਮਰੇ 'ਚ ਆ ਕੇ ਯਾਦ ਕਰਨ ਲੱਗੇ। ਕਦੇ ਮਹਿੰਦਰ ਛੋਟਾ ਜਿਹਾ ਹੁੰਦਾ ਸੀ, ਉਹ ਆਪ ਉਹਨਾਂ ਨੂੰ ਨਵਾ ਕੇ ਸਕੂਲ ਲਈ ਤਿਆਰ ਕਰਦੇ ਹੁੰਦੇ ਸਨ। ਕਿਵੇਂ ਸਾਹ ਕਰਕੇ ਪਾਲਿਆ ਸੀ, ਕਿੰਨੇ ਚਾਵਾਂ ਨਾਲ ਉਹਦਾ ਵਿਆਹ ਕੀਤਾ ਸੀ। ਮਹਿੰਦਰ ਹੋਏ ਤੋਂ ਹੀ ਇਸ ਗੱਲ ਦੀ ਸਮਝ ਲੱਗੀ ਸੀ ਕਿ ਕੂੰਜਾਂ ਕਿਵੇਂ ਆਪਣੇ ਧਿਆਨ ਨਾਲ ਹਜ਼ਾਰਾਂ ਮੀਲ ਦੂਰ ਆਂਡਿਆਂ 'ਚੋਂ ਬੱਚੇ ਕੱਢ ਕੇ ਉਹਨਾਂ ਦੀ ਪਰਵਰਿਸ਼ ਕਰਦੀਆਂ ਸਨ। ਪਰ ਮਹਿੰਦਰ ਉਹਨੂੰ ਮਿਲਣ ਵੀ ਨਹੀਂ ਸੀ ਆਇਆ। ਬੇਜੀ ਦਾ ਜੀ ਕੀਤਾ ਉਹ ਕਿਵੇਂ ਨਾ ਕਿਵੇਂ ਅੱਜ ਹੀ ਮਰ ਜਾਣ ਤੇ ਸਵੇਰੇ ਮਹਿੰਦਰ ਜਦੋਂ ਜਾਗੇ ਉਹ ਮਰੇ ਪਏ ਹੋਣ। ਪਰ ਇਉਂ ਨਹੀਂ ਸੀ ਹੋਇਆ। ਉਹਨਾਂ ਸੋਚਿਆ, ਸਵੇਰੇ ਮੈਂ ਆਪ ਹੀ ਉਹਦੇ ਕੋਲ ਚਲੀ ਜਾਵਾਂਗੀ, ਮੇਰਾ ਪੁੱਤ ਹੈ। ਪਰ ਚਾਹ ਦੇਣ ਆਏ ਬਹਾਦਰ ਨੇ ਦੱਸਿਆ, ਸਾਹਿਬ ਤੋਂ ਵਾਪਸ ਚਲੇ ਵੀ ਗਏ हैं। सुबह ही छुट्टी नहीं थी, बीवी जी ने टेलीफोन करके बुलाए थे। बहुत गुस्सा में थे कि छोटी बहन जी इधर क्यों आई थी। सुनदियां बेजी ਦਾ ਦਿਲ ਡੋਬੇ ਸੋਕੇ ਹੋਣ ਲੱਗਾ। ਚਾਹ ਉਹਨਾਂ ਨੇ ਉਸੇ ਤਰ੍ਹਾਂ ਮੇਜ਼ ਉੱਪਰ ਰੱਖ ਦਿੱਤੀ।
ਬਾਹਰ ਅਵਿਨਾਸ਼ ਬਾਵੇ ਨੂੰ ਉਹ ਚੀਜ਼ਾਂ ਵਿਖਾ ਰਹੀ ਸੀ ਜਿਹੜੀਆਂ ਉਸ ਲਈ ਮਹਿੰਦਰ ਜੈਪੁਰ ਤੋਂ ਲੈ ਕੇ ਆਇਆ ਸੀ। ਅੰਗ 8ਵਾਂ। ਕਈ ਮਹੀਨੇ ਲੰਘ ਗਏ ਸਨ। ਅਜੇ ਤੱਕ ਬੇਜੀ ਕਿਸ਼ਨਗੜ੍ਹ ਆਪਣੀ ਭੈਣ ਦੀ ਮਕਾਨ ਨਹੀਂ ਸੀ ਗਈ। ਮਨ ਹੀ ਮਨ ਉਹ ਇਸ ਗੱਲ ਨੂੰ ਕਿੰਨੀ ਵਾਰ ਚਿਤਾਰ ਚੁੱਕੇ ਸਨ। ਬੇਜੀ ਨੂੰ ਲੱਗਦਾ ਬੰਦਾ ਉਹੀ ਮੇਰੀ ਮੇਰੀ ਕਰਦਾ ਤੁਰਿਆ ਫਿਰਦਾ, ਸਭ ਕੁਝ ਇੱਥੇ ਹੀ ਰਹਿ ਜਾਣਾ। ਸਿਆਣਿਆਂ ਨੇ ਠੀਕ ਹੀ ਆਖਿਆ ਵੀ ਬੰਦਾ ਤਾਂ ਪਾਣੀ ਦਾ ਬੁਲਬੁਲ ਹੈ। ਫਿਰ ਉਹਨਾਂ ਨੂੰ ਖਿਆਲ ਆਇਆ, ਨਾਲ ਰਲ ਕੇ ਜੰਮੀ ਚੰਦ ਕੌਰ ਨੂੰ ਮੈਂ ਇੰਨਾ ਭੁੱਲ ਕਿਵੇਂ ਗਈ ਸੀ। ਇਹ ਇੱਕ ਇਤਫਾਕ ਸੀ ਕਿ 84 ਦੇ ਗੇਟ 'ਚ ਘੁੰਮਦਿਆਂ ਇੱਕੋ ਵੇਲੇ ਇੱਕੋ ਥਾਂ ਇੱਕੋ ਘਰ ਅਸਾਂ ਜਨਮ ਲਿਆ ਸੀ ਤੇ ਅਸੀਂ ਭੈਣਾਂ ਭੈਣਾਂ ਬਣ ਗਈਆਂ ਸੀ। ਹੁਣ ਉਹ ਕਰਮਗਤੀ ਅਨੁਸਾਰ ਮੁੜ 84 ਦੇ ਗੇਟ 'ਚ ਪਈ ਪਤਾ ਨਹੀਂ ਕਿੱਥੋਂ ਦੀ ਕਿੱਥੇ ਚਲੀ ਗਈ ਹੋਊਗੀ। ਮੁੜ ਕੇ ਉਹ ਕਦੇ ਲੱਭਣੀ ਹੀ ਨਹੀਂ। ਚੰਦਕੁਰੇ ਜਾਣ ਲੱਗੀ ਹਾਕ ਮਾਰ ਲੈਂਦੀ, ਆਖ ਦਿੰਦੀ ਭੈਣੇ ਮੈਂ ਚੱਲੀ ਆਂ, ਤੇ ਬੇਜੀ ਦੀਆਂ ਅੱਖਾਂ ਭਰ ਭਰ ਡੁੱਲਦੀਆਂ ਰਹੀਆਂ। ਮਰ ਕੇ ਲੋਕ ਕਿੱਥੇ ਚਲੇ ਜਾਂਦੇ ਨੇ, ਬੇਜੀ ਨੂੰ ਖਿਆਲ ਆਇਆ। ਫਿਰ ਆਪ ਹੀ ਸੋਚ ਲਿਆ, ਜਾਣੇ ਕਿੱਥੇ ਨੇ, ਇੱਥੇ ਹੀ ਹੁੰਦੇ ਨੇ, ਸਾਡੇ ਮਨਾਂ 'ਚ, ਸਾਡੇ ਦਿਲਾਂ 'ਚ। ਰਮਣੀਕ ਦੇ ਪਾਪਾ ਚੰਦਕੁਰ ਗੁਜ਼ਰ ਗਈ ਹੈ, ਬੇਜੀ ਨੇ ਜਿਵੇਂ ਰੋਕ ਕੇ ਦੱਸਿਆ। ਉਸ ਦਿਨ ਆਥਣੇ ਉਹ ਕਿਸ਼ਨਗੜ੍ਹ ਗਏ। ਉੱਥੇ ਤਾਂ ਚੰਦ ਕੌਰ ਦੀ ਮੌਤ ਦਾ ਜਿਵੇਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਸਭ ਕੁਝ ਉਸੇ ਤਰ੍ਹਾਂ ਤੁਰ ਰਿਹਾ ਸੀ। ਬੈਠਕ 'ਚ ਟੈਲੀਵਿਜ਼ਨ ਚੱਲ ਰਿਹਾ ਸੀ। ਚੰਦ ਕੌਰ ਦਾ ਵੱਡਾ ਮੁੰਡਾ ਆਪਣੇ ਦੋਸਤਾਂ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ। ਬਹੂ ਉਹਦੀ ਆਪਣੀ ਚੁੰਨੀ ਨੂੰ ਗੋਟਾ ਲਾ ਰਹੀ ਸੀ। ਅਗਲੇ ਹਫ਼ਤੇ ਉਹਨੇ ਆਪਣੇ ਭਤੀਜੇ ਦੇ ਵਿਆਹ ਤੇ ਜਾਣਾ ਸੀ। ਕੁਝ ਚਿਰ ਬੇਜੀ ਚੰਦ ਕੌਰ ਦੀ ਬਿਮਾਰੀ ਦੀਆਂ, ਉਹਦੇ ਫਿਕਰਾਂ ਦੀਆਂ, ਉਹਦੀ ਸਿਆਣਪ ਦੀਆਂ ਗੱਲਾਂ ਕਰਦੇ ਰਹੇ। ਨੂੰ ਉਹਦੀ ਹਾਂ ਨਾ ਕੁਝ ਨਹੀਂ ਬੋਲੀ। ਚੰਦਕੌਰ ਤੋਂ ਬਿਨਾਂ ਜਾਣੀ ਘਰ ਸੁੰਨਾ ਸੁੰਨਾ ਲੱਗਦਾ। ਅਖੀਰ 'ਚ ਉਹਨਾਂ ਨੇ ਆਖਿਆ, ਵਕਤ ਨਾਲੋਂ ਵੱਧ ਬੰਦੇ ਨੂੰ ਦੁੱਖ ਬੁੜਾ ਕਰਦੇ ਨੇ। ਬੇਜੀ ਨੇ ਹੌਕਾ ਭਰ ਕੇ ਆਖਿਆ। ਬਾਪੂ ਜੀ ਵੇਲੇ ਭਾਵੇਂ ਉਹਨਾਂ ਨੇ ਕੋਈ ਔਖ ਦੇਖੀ ਹੋਵੇ, ਹੁਣ ਤਾਂ ਉਹ ਸਭ ਤੇ ਛਟੀ ਘਮਾਉਂਦੇ ਸੀ। ਮਜਾਲ ਨਹੀਂ ਸੀ ਕੋਈ ਮੂਹਰੇ ਕੁਸਕ ਜਾਵੇ। ਉਹਨਾਂ ਦੀ ਨੂੰਹ ਨੇ ਦੱਸਿਆ, ਉੱਪਰੋਂ ਜਿੰਨਾ ਮਰਜ਼ੀ ਕਾਇਮ ਹੋਵੇ, ਅੰਦਰੋਂ ਬੰਦਾ ਖੁਰ ਜਾਂਦਾ ਜੇ ਘਰ ਗ੍ਰਸਤੀ ਵਧੀਆ ਨਾ ਤੁਰੇ। ਪਹਿਲੀ ਉਮਰੇ ਸਰਦਾਰ ਗੁਜ਼ਰ ਗਿਆ, ਮਗਰੋਂ ਮੁੰਡੇ ਕਿਸੇ ਕੰਢੇ ਵੱਟੇ ਨਹੀਂ ਲੱਗੇ। ਹਾਂ ਸੱਚ, ਛੋਟਾ ਨਹੀਂ ਦਿਸਦਾ ਕਿਧਰੇ, ਬੇਜੀ ਨੇ ਪੁੱਛਿਆ। ਉਹਨੂੰ ਤਾਂ ਅਸੀਂ ਅਮਰੀਕਾ ਭੇਜਤਾ, 4 ਲੱਖ ਦਿੱਤਾ ਕਿਸੇ ਏਜੰਟ ਨੂੰ, ਉਹ ਜਾਲੀ ਪਾਸਪੋਰਟ ਬਣਾ ਕੇ ਲੈ ਗਿਆ। ਇੱਥੇ ਨਿੱਤ ਕੋਈ ਨਾ ਕੋਈ ਪੰਗਾ ਖੜਾ ਰੱਖਦਾ ਸੀ। ਉੱਪਰੋਂ ਸੈਂਸੀ ਵਹਿਰ ਪਏ ਹੋਏ ਸੀ, ਬੀਜੀ ਦੀ ਭੈਣ ਦੀ ਨੂੰਹ ਨੇ ਦੱਸਿਆ। ਮੁਕੱਦਮੇ ਦਾ ਕੀ ਬਣਿਆ ਫਿਰ, ਬੇਜੀ ਨੇ ਪੁੱਛਿਆ। ਉਹ ਤਾਂ ਹੋ ਗਿਆ ਸੀ ਠੀਕ, ਪੈਸੇ ਤਾਂ ਖਾਸੇ ਲੱਗ ਗਏ, ਮੌਕੇ ਦੇ ਗਵਾਹ ਸਾਰੇ ਤੋੜਨੇ ਪਏ। ਤੁਸੀਂ ਸਿਆਣੇ ਹੋ, ਕੁਛ ਦਿੱਤੇ ਬਿਨਾਂ ਤਾਂ ਕੀ ਅਗਲੇ ਟੁੱਟਦੇ ਆ। ਵਿੱਚੋਂ ਜੇ ਫੇਰ ਵੀ ਵਚੀਰ ਗਏ ਸੀ ਕਿਸੇ ਨੇ ਚੱਕ ਤੇ, ਬਈ ਹੁਣ ਤਾਂ ਜਿੰਨੇ ਮੰਗ ਲਓਗੇ ਰੁਪਈਏ ਮਿਲ ਜਾਣਗੇ। ਤੁਹਾਡੇ ਪੁੱਤ ਨੇ ਫਿਰ ਮਾਰਿਆ ਦਬਕਾ ਕੇ, ਉੱਥੇ ਹੀ ਪਹੁੰਚਾ ਦੂੰ ਜਿੱਥੇ ਪਹਿਲੇ ਗਏ ਨੇ, ਤਾਂ ਕਿਤੇ ਜਾ ਕੇ ਬੰਦ ਹੋਏ। ਲਓ ਤੁਸੀਂ ਚਾਹ ਪੀਓ। ਖੋਏ ਦੀ ਪਲੇਟ ਉਹਨਾਂ ਦੇ ਅੱਗੇ ਕਰਦੀ ਹੋਈ ਉਹਨਾਂ ਦੀ ਭੈਣ ਦੀ ਨੂੰਹ ਦੱਸ ਰਹੀ ਸੀ। 2 ਕੁ ਘੰਟੇ ਅਟਕ ਕੇ ਬੇਜੀ ਮੁੜ ਆਏ। ਉਹਨਾਂ ਨੂੰ ਲੱਗਿਆ ਬਸ ਇੰਨੀ ਕੁ ਹੁੰਦੀ ਹੈ ਬੰਦੇ ਦੀ ਕਹਾਣੀ, ਵੀ ਹੁਣ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ। ਰਾਹ 'ਚ ਆਪ ਗੁਰਦੁਆਰੇ ਉਤਰ ਗਏ ਤੇ ਕਾਰ ਬਹਾਦਰ ਘਰ ਨੂੰ ਲੈ ਗਿਆ। ਮੱਥਾ ਟੇਕ ਕੇ ਜਦੋਂ ਸਰੋਵਰ ਵੱਲ ਨੂੰ ਜਾ ਰਹੇ ਸਨ ਤਾਂ ਗੁਰਦੁਆਰੇ ਆਉਂਦੀ ਉਹਨਾਂ ਨੂੰ ਅਵਿਨਾਸ਼ ਮਿਲ ਗਈ। ਬੇਜੀ ਨੂੰ ਅਵਿਨਾਸ਼ ਦਾ ਗੁਰਦੁਆਰੇ ਆਉਣਾ ਬੜਾ ਚੰਗਾ ਲੱਗਿਆ। ਕਹਿੰਦੇ ਨੇ ਇੱਥੇ ਸੁੱਖਾਂ ਵਾਰ ਆਉਂਦੀਆਂ ਨੇ। ਮੈਂ ਸੋਚਿਆ ਮੈਂ ਵੀ ਸੁੱਖ ਕੇ ਦੇਖ ਲਵਾਂ। ਉਹਨੇ ਹੱਸ ਕੇ ਦੱਸਿਆ। ਚੱਲ ਕਿਸੇ ਬਹਾਨੇ ਆਈ, ਤੂੰ ਆਈ ਤਾਂ ਸਹੀ ਗੁਰੂ ਘਰ, ਬੇਜੀ ਬੋਲੇ। ਤੁਸੀਂ ਤਾਂ ਕਥਾ ਸੁਣ ਕੇ ਆਓਗੇ, ਮੈਂ ਤਾਂ ਹੁਣੇ ਚਲੀ ਜਾਣਾ। ਪਹਿਲਾਂ ਪਤਾ ਹੁੰਦਾ ਗੱਡੀ ਘਰ ਨਾ ਹੀ ਭੇਜਦੀ, ਬੇਜੀ ਨੇ ਆਖਿਆ। ਨਹੀਂ ਮੈਂ ਚਲੀ ਜਾਊਂਗੀ। ਰਿਕਸ਼ੇ ਉੱਪਰ ਜਿਸ ਤੇ ਆਈ ਸੀ ਉਹ ਖੜਾ ਕੀਤਾ ਹੋਇਆ, ਅਵਿਨਾਸ਼ ਬੋਲੇ। ਰਿਕਸ਼ੇ ਤਾਂ ਇੱਥੋਂ ਹੋਰ ਬਥੇਰੇ ਮਿਲ ਜਾਂਦੇ ਨੇ, ਬੇਜੀ ਬੋਲੀ। ਚੱਲ ਜਾਣੀ, 2 ਰੁਪਏ ਵੱਧ ਲੈ ਲਊ, ਗਰੀਬ ਆਦਮੀ। ਸੱਚ ਬੇਜੀ, ਤੁਹਾਡੇ ਮਗਰੋਂ ਬਠਿੰਡੇ ਵਾਲੇ ਭੂਆ ਜੀ ਆਏ ਸੀ। ਉਹ ਕਰਨਾਲ ਨੂੰ ਜਾ ਰਹੇ ਸੀ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ। ਚਾਹ ਚੂ ਠੀਕ ਪਿਆ ਦਿੱਤੀ ਸੀ, ਬੇਜੀ ਨੇ ਪੁੱਛਿਆ। ਹਾਂ, ਕਾਫੀ ਚਿਰ ਬੈਠੇ ਰਹੇ ਹੋ। ਮੈਨੂੰ ਉਹ ਪੁੱਛਦੇ ਸੀ ਕਿ ਤੇਰੀ ਸੱਸ ਨੇ 51 ਤੋਲੇ ਦਾ ਰਾਣੀ ਹਾਰ ਤੇ 15 ਤੋਲੇ ਦੇ ਕੜੇ ਤੇ 15 ਤੋਲੇ ਦੀਆਂ ਪੰਜੇਬਾਂ ਖਾਨਦਾਨੀ ਚੀਜ਼ਾਂ ਤੈਨੂੰ ਦਿੱਤੀਆਂ ਕਿ ਨਹੀਂ। ਮੈਂ ਆਖਿਆ ਜਿਹਾ ਤਾਂ ਕੁਝ ਨਹੀਂ ਦਿੱਤਾ ਬੇਜੀ ਨੇ ਮੈਨੂੰ। ਅਵਿਨਾਸ਼ ਦੀ ਗੱਲ ਸੁਣ ਕੇ ਬੇਜੀ ਨੂੰ ਅਵਿਨਾਸ਼ ਉੱਪਰ ਵੀ ਤੇ ਬਠਿੰਡੇ ਵਾਲੀ ਭੂਆ ਜੀ ਉੱਪਰ ਹਰਖ ਚੜਿਆ। ਫਿਰ ਆਵਾਜ਼ ਨੂੰ ਸਹਿਜ ਬਣਾ ਕੇ ਆਖਣ ਲੱਗੇ, ਤੇਰੇ ਵਿਆਹ ਵੇਲੇ ਜਿਹੜੇ 11 ਸੈੱਟ ਪਾਏ ਸੀ, ਨਾਲ ਚੂੜੀਆਂ, ਕੜੇ, ਪੈਰਾਂ ਨੂੰ ਸ਼ਕੁੰਤਲਾ ਚੇਨ, ਸਭ ਉਹਨਾਂ ਨੂੰ ਤੜਵਾ ਕੇ ਬਣਾਏ ਸੀ। ਪੁਰਾਣੀ ਕਿਸਮ ਦੀਆਂ ਟੂਮਾਂ ਤੈਨੂੰ ਕਿੱਥੇ ਪਸੰਦ ਆਉਣੀਆਂ ਸੀ। ਤੇ ਤੁਹਾਡੇ ਆਪਣੇ ਗਹਿਣੇ, ਉਹ ਮੈਂ ਰਮਣੀਕ ਲਈ ਰੱਖੇ ਹੋਏ ਆ, ਅਜੇ ਵੀ ਰਮਣੀਕ ਨੂੰ ਦੇਣੇ ਨੇ। ਉਸ ਚੰਦਰੀ ਦਾ ਕਿਹੜਾ ਇਸ ਘਰ 'ਚ ਹਿੱਸਾ ਨਹੀਂ। ਮੈਂ ਤਾਂ ਰੱਬ ਨੂੰ ਜਾਣ ਦੇਣੀ ਹੈ, ਇਸ ਲਈ ਉਹਦੇ ਹਿੱਸੇ ਦੀਆਂ ਚੀਜ਼ਾਂ ਉਹਨੂੰ ਦੇ ਦੇਣੀਆਂ, ਬੇਜੀ ਬੋਲੇ।
ਜਦੋਂ ਉਹਨੇ ਘਰਦਿਆਂ ਦੀ ਕੋਈ ਗੱਲ ਨਹੀਂ ਮੰਨੀ, ਫਿਰ ਉਹਦਾ ਘਰ ਦੀ ਕਿਸੇ ਚੀਜ਼ ਤੇ ਕੀ ਹੱਕ ਹੈ? ਤੁਹਾਡਾ ਪੁੱਤ ਤਾਂ ਬੁਰਾ ਮਨਾਉਂਦਾ ਸੀ ਉਹਦੇ ਇੱਥੇ ਆਉਣ ਦਾ ਵੀ, ਅਵਿਨਾਸ਼ ਨੇ ਆਖਿਆ। ਬੇਜੀ ਬਹੁਤ ਖਿਝ ਗਏ ਸੀ, ਪਰ ਉਹ ਬੋਲੇ ਕੋਈ ਨਹੀਂ। ਬੇਜੀ ਨੂੰ ਚੁੱਪ ਦੇਖ ਕੇ ਅਵਿਨਾਸ਼ ਅੱਗੋਂ ਆਖਣ ਲੱਗੇ, ਨਾਲੇ ਆਖਦੇ ਸੀ ਤੂੰ ਬੇਜੀ ਨੂੰ ਆਖ ਦੇਈਂ ਕਿ ਠੇਕੇ ਦਾ ਹਿਸਾਬ ਲਿਖ ਲਿਆ ਕਰਨ, ਤਾਂ ਜੋ ਪਤਾ ਤਾਂ ਲੱਗੇ ਕਿੱਥੇ ਕਿੱਥੇ ਖਰਚ ਹੁੰਦਾ ਹੈ। ਅਵਿਨਾਸ਼ ਦੀ ਗੱਲ ਸੁਣ ਕੇ ਬੇਜੀ ਦੇ ਤਾਂ ਜਿਵੇਂ ਆਸਾਨ ਹੀ ਮਾਰੇ ਗਏ। ਉਹਨਾਂ ਨੂੰ ਲੱਗਿਆ ਮੈਂ ਹੁਣ ਇਹਨਾਂ ਨੂੰ ਠੇਕੇ ਦਾ ਹਿਸਾਬ ਦਿਆ ਕਰੂੰਗੀ। ਫਿਰ ਸੰਭਲ ਕੇ ਆਖਣ ਲੱਗੇ, ਮੇਰੇ ਕਿਹੜਾ ਕੋਈ ਹੋਰ ਬੈਠਾ ਹੈ ਵੀ ਉਹਨੂੰ ਦੇ ਦਿਆਂਗੀ ਜਾਂ ਆਪ ਖੰਡ ਖੇਲਣੇ ਖਾਊਂਗੀ। ਘਰ 'ਚ ਹੀ ਖਰਚ ਹੁੰਦਾ ਸਾਰਾ ਠੇਕਾ, ਆਖਦੇ ਬੇਜੀ ਗਾਂ ਸਰੋਵਰ ਵੱਲ ਨੂੰ ਚਲੇ ਗਏ। ਸਰੋਵਰ ਦੀ ਪਰਿਕਰਮਾ ਕਰਦੇ ਉਹ ਗੁਰਦੁਆਰੇ ਦੇ ਅੰਦਰ ਕਥਾ ਸੁਣਨ ਬੈਠ ਗਏ। ਕਥਾ 'ਚ ਉਹਨਾਂ ਦਾ ਬਹੁਤਾ ਮਨ ਨਹੀਂ ਟਿਕਿਆ। ਉਹ ਬਹੁਤ ਬੇਆਰਾਮ ਜਿਹੇ ਹੋ ਕੇ ਸੋਚਣ ਲੱਗੇ, ਮੈਂ ਕਿਤੇ ਘਰ ਨਹੀਂ ਸੀ ਆਉਣਾ, ਇੱਥੇ ਗੁਰਦੁਆਰੇ 'ਚ ਹੀ ਪੁੱਛਣ ਲੱਗ ਪਏ। ਫਿਰ ਉਹਨਾਂ ਨੇ ਅੱਖਾਂ ਭਰ ਕੇ ਹੱਥ ਜੋੜ ਕੇ ਗੁਰੂ ਮਹਾਰਾਜ ਵੱਲ ਧਿਆਨ ਕਰਕੇ ਇੰਨਾ ਹੀ ਆਖਿਆ, ਹੇ ਸੱਚੇ ਪਾਤਸ਼ਾਹ, ਮੇਰੇ ਤੋਂ ਹੋਰ ਕੀ ਲੇਖੇ ਲੈਣੇ ਆ? ਆਪਣੇ ਚਰਨਾਂ 'ਚ ਸੱਦ ਲੈ। ਆਦਮੀਆਂ ਬਿਨਾਂ ਤੀਵੀਆਂ ਦੀ ਕਾਹਦੀ ਜੂਨ ਹੁੰਦੀ ਹੈ? ਤੇ ਫਿਰ ਕਥਾ ਸਮਾਪਤੀ ਤੋਂ ਪਹਿਲਾਂ ਹੀ ਉੱਠ ਆਏ। ਉਹਨਾਂ ਦਾ ਜੀ ਜਿਹਾ ਘਬਰਾ ਰਿਹਾ ਸੀ। ਉਹਨਾਂ ਨੇ ਨਲਕੇ ਤੋਂ ਪਾਣੀ ਪੀਤਾ। ਵਾਹਿਗੁਰੂ ਵਾਹਿਗੁਰੂ ਕਰਦੇ ਉਹ ਸੜਕ ਉੱਪਰ ਤੁਰੇ ਜਾ ਰਹੇ ਸਨ। ਪਤਾ ਨਹੀਂ ਉਹਨਾਂ ਵਿੱਚ ਕੋਈ ਚੀਜ਼ ਆ ਕੇ ਵੱਜੀ ਕਿ ਉਹ ਆਪ ਕਿਸੇ ਚੀਜ਼ 'ਚ ਵੱਜ ਗਏ ਕਿ ਉਹ ਸੜਕ ਉੱਪਰ ਡਿੱਗ ਪਏ। ਬਾਂਹ ਟੁੱਟ ਗਈ, ਕਈ ਹੋਰ ਸੱਟਾਂ ਵੀ ਲੱਗੀਆਂ, ਲਹੂ ਨਾਲ ਕੱਪੜੇ ਭਰ ਗਏ। ਉਹ ਡੌਰ ਭੌਰ ਜੇ ਜ਼ੋਰ ਲਾ ਕੇ ਮਸਾਂ ਬੈਠੇ ਹੋਏ, ਮੁੜ ਜਿਵੇਂ ਚੱਕਰ ਜਿਹਾ ਆ ਗਿਆ, ਲੋਕ ਇਕੱਠੇ ਹੋ ਗਏ। ਦੇਵਨੀਤ ਨਾਲ ਮਹਿੰਦਰ ਦਾ ਇੱਕ ਦੋਸਤ ਉੱਧਰੋਂ ਲੰਘ ਰਿਹਾ ਸੀ, ਬੇਜੀ ਨੂੰ ਪਹਿਚਾਣ ਲਿਆ ਤੇ ਆਪਣੀ ਕਾਰ 'ਚ ਪਾ ਕੇ ਹਸਪਤਾਲ ਲੈ ਗਿਆ। ਡਾਕਟਰ ਗਰੇਵਾਲ ਨੂੰ ਵੀ ਫੋਨ ਕਰ ਦਿੱਤਾ। ਬੇਜੀ ਨੂੰ ਐਮਰਜੈਂਸੀ 'ਚ ਦਾਖਲ ਕਰਵਾਤਾ। ਡਾਕਟਰ ਗਰੇਵਾਲ ਵੀ ਤੁਰੰਤ ਪਹੁੰਚ ਗਈ। ਉਹਨੇ ਆ ਕੇ ਬੇਜੀ ਦੀਆਂ ਸੱਟਾਂ ਵਾਲੀਆਂ ਥਾਵਾਂ ਦੇ ਐਕਸਰੇ ਕਰਾਏ। ਫੋਨ ਕਰਕੇ ਡਾਕਟਰ ਅਗਰਵਾਲ ਨੂੰ ਉਹਨਾਂ ਦੀ ਟੁੱਟੀ ਬਾਂਹ ਉੱਪਰ ਪਲਸਤਰ ਲਗਾਉਣ ਲਈ ਘਰੋਂ ਸੱਦਿਆ। ਮੱਥੇ ਉੱਪਰ ਟਾਂਕੇ ਲਾ ਕੇ ਪੱਟੀ ਬੰਨੀ, ਕਈ ਟੀਕੇ ਲਾਏ, ਤਸੱਲੀ ਕਰ ਲਈ ਕਿ ਬੇਜੀ ਨੂੰ ਖਤਰੇ ਵਾਲੀ ਕੋਈ ਗੱਲ ਨਹੀਂ ਸੀ। ਚਲੋ ਹੁਣ ਤੁਹਾਨੂੰ ਕਮਰੇ ਵਿੱਚ ਲਿਟਾ ਦਿੰਦੇ ਹਾਂ, ਪੂਰੀ ਤਸੱਲੀ ਕਰ ਲੈਣ ਮਗਰੋਂ, ਡਾਕਟਰ ਗਰੇਵਾਲ ਨੇ ਆਖਿਆ। ਨਾ ਧੀਏ, ਮੈਨੂੰ ਉੱਥੇ ਇਕੱਲੀ ਨੂੰ ਕਮਰੇ 'ਚ ਨਾ ਪਾਈ, ਮੈਂ ਵਾਰਡ ਵਿੱਚ ਹੀ ਠੀਕ ਹਾਂ, ਕਿਸੇ ਦੇ ਮੂੰਹ ਮੱਥੇ ਤਾਂ ਲੱਗਾਂਗੀ, ਇੱਥੇ ਇਕੱਲੀ ਪਈ ਕੀ ਕਰੂੰਗੀ? ਬੇਜੀ ਨੇ ਜਿਵੇਂ ਤਰਲਾ ਕੀਤਾ। ਡਾਕਟਰ ਗਰੇਵਾਲ ਆਪ ਨਾਲ ਜਾ ਕੇ ਸਟ੍ਰੈਚਰ ਉੱਪਰ ਪਾ ਕੇ ਬੇਜੀ ਨੂੰ 2 ਨੰਬਰ ਵਾਰਡ 'ਚ ਛੱਡਣ ਗਈ। ਵੱਡੀ ਡਾਕਟਰਨੀ ਨੂੰ ਆਪ ਨਾਲ ਆਈ ਦੇਖ ਵਾਰਡ ਦੇ ਡਿਊਟੀ ਵਾਲੇ ਡਾਕਟਰ ਤੇ ਨਰਸਾਂ ਉਹਨਾਂ ਵੱਲ ਆਏ। ਫਟਾਫਟ ਖਾਲੀ ਬਿਸਤਰੇ ਦੀਆਂ ਚਾਦਰਾਂ ਬਦਲੀਆਂ ਗਈਆਂ, ਚਾਰਟ ਤਿਆਰ ਕੀਤਾ ਗਿਆ। ਅੱਛਾ ਬੇਜੀ, ਮੈਂ ਚੱਲਾਂ। ਜਾਂਦੀ ਹੋਈ ਮੈਂ ਅਵਿਨਾਸ਼ ਨੂੰ ਘਰ ਦੱਸ ਜਾਊਂਗੀ। ਹੁਣ ਤੁਸੀਂ ਠੀਕ ਹੋ, ਫਿਕਰ ਵਾਲੀ ਕੋਈ ਗੱਲ ਨਹੀਂ। ਆਖੋ ਤਾਂ ਮਹਿੰਦਰ ਤੇ ਰਮਨੀਕ ਨੂੰ ਫੋਨ ਕਰ ਦਿਆਂਗੀ। ਜਾਣ ਤੋਂ ਪਹਿਲਾਂ ਡਾਕਟਰ ਗਰੇਵਾਲ ਨੇ ਪੁੱਛਿਆ। ਨਹੀਂ, ਮਹਿੰਦਰ ਨੇ ਤਾਂ ਰਾਤ ਨੂੰ ਹੀ ਮੋਟਰਸਾਈਕਲ ਉੱਤੇ ਹੀ ਤੁਰ ਪੈਣਾ, ਉਹਨੂੰ ਨਹੀਂ ਦੱਸਣਾ। ਅਵਿਨਾਸ਼ ਨੂੰ ਵੀ ਆਖੀ ਮਹਿੰਦਰ ਨੂੰ ਨਾ ਖਬਰ ਕਰੇ। ਰਮਨੀਕ ਨੂੰ ਵੀ ਕੀ ਬਿਪਤਾ ਪਾਉਣੀ ਹੈ? ਨਾਲੇ ਮੈਂ ਤਾਂ ਠੀਕ ਹਾਂ, ਤੂੰ ਆਖੇ ਤਾਂ ਘਰ ਹੀ ਚੱਲਦੀ ਹਾਂ। ਨਹੀਂ ਬੇਜੀ, ਜੇ ਠੀਕ ਰਹੇ ਤਾਂ ਕੱਲ ਘਰ ਚਲੇ ਜਾਣਾ। ਰਾਤ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਮੈਨੂੰ ਫੋਨ ਕਰ ਦੇਣਾ। ਪਹਿਲੀ ਗੱਲ ਤਾਂ ਡਾਕਟਰ ਗਰੇਵਾਲ ਨੇ ਬੇਜੀ ਨੂੰ ਆਖੀ ਤੇ ਦੂਜੀ ਡਿਊਟੀ ਵਾਲੇ ਡਾਕਟਰ ਨੂੰ, ਤੇ ਉਹ ਚਲੀ ਗਈ। ਪਤਾ ਨਹੀਂ ਘਰ ਕਿਵੇਂ ਪਤਾ ਲੱਗ ਗਿਆ ਤੇ ਡਾਕਟਰ ਗਰੇਵਾਲ ਦੇ ਜਾਣ ਮਗਰੋਂ ਝਾਟੀ ਬਾਵੇ ਨੂੰ ਲੈ ਕੇ ਅਵਿਨਾਸ਼ ਪਹੁੰਚ ਗਈ। ਬੇਜੀ ਨੂੰ ਦੇਖ ਕੇ ਉਹ ਤਾਂ ਰੋਈ ਜਾਵੇ। ਮੈਂ ਤਾਂ ਤਕੜੀ ਹਾਂ, ਤੂੰ ਰੋਂਦੀ ਕਾਹਤੋਂ? ਮੈਂ ਤਾਂ ਸੋਚਿਆ ਤੁਸੀਂ ਕਿਤੇ ਗੁਰਦੁਆਰੇ ਹੋਰ ਚਿਰ ਬੈਠੇ ਰਹੇ ਹੋਵੋਗੇ। ਇਹ ਤਾਂ ਕਿਸੇ ਨੇ ਬਹਾਦਰ ਨੂੰ ਸੰਦੇਸ਼ ਦਿੱਤਾ ਵੀ 22 ਨੰਬਰ ਫਾਟਕ ਉੱਪਰ ਬਾਵੇ ਨੂੰ ਘੁਮਾਉਣ ਗਏ ਨੂੰ ਵੀ ਤੁਹਾਡੇ ਬੇਜੀ ਦੇ ਤਾਂ ਸੱਟਾਂ ਵੱਜੀਆਂ। ਬਹਾਦਰ ਨੂੰ ਘਰ ਛੱਡ ਮੈਂ ਤਾਂ ਉਸੇ ਵੇਲੇ ਭੱਜ ਪਈ ਹਸਪਤਾਲ ਨੂੰ, ਕੱਪੜੇ ਵੀ ਨਹੀਂ ਬਦਲੇ। ਐਮਰਜੈਂਸੀ 'ਚੋਂ ਪੁੱਛ ਪਛਾ ਕੇ ਪਤਾ ਲੱਗਿਆ ਤੁਸੀਂ 2 ਨੰਬਰ ਵਾਰਡ 'ਚੋਂ। ਵਾਰਡ 'ਚ ਕਾਹਨੂੰ ਆਉਣਾ ਸੀ? ਸਪੈਸ਼ਲ ਕਮਰੇ ਲਈ ਆਖ ਦਿੰਦੇ। ਅਵਿਨਾਸ਼ ਨੇ ਬਹੁਤ ਚਿੰਤਾਤੁਰ ਹੋ ਕੇ ਆਖਿਆ। ਕੋਈ ਨਹੀਂ, ਇੱਥੇ ਡਾਕਟਰ ਨਰਸਾਂ ਸਗੋਂ ਕੋਲ ਨੇ, ਬੇਜੀ ਬੋਲੇ। ਪਰ ਸੱਟਾਂ ਲੱਗੀਆਂ ਕਿਵੇਂ? ਕੁਛ ਵੱਜਿਆ ਜਾਂ ਡਿੱਗ ਪਏ? ਪਤਾ ਨਹੀਂ, ਜਿਵੇਂ ਅੱਖਾਂ ਮੂਹਰੇ ਹਨੇਰਾ ਜਿਹਾ ਆ ਗਿਆ। ਸ਼ਾਇਦ ਕੁਛ ਵੱਜਿਆ ਵੀ ਸੀ। ਤੁਹਾਡੇ ਬੇਟੇ ਨੂੰ ਫੋਨ ਕਰਦੇ ਆ? ਨਹੀਂ, ਉਹਨੂੰ ਕਾਹਨੂੰ ਬਿਪਤਾ ਪਾਉਣੀ ਆ, ਉਦੋਂ ਹੀ ਆਊ ਨੱਠਿਆ। ਨਾਲੇ ਮੈਂ ਤਾਂ ਠੀਕ ਹਾਂ। ਖਾਣ ਲਈ ਕੀ ਲੈ ਕੇ ਆਵਾਂ? ਅਜੇ ਕੁਛ ਨਹੀਂ ਚਾਹੀਦਾ, ਚਾਹ ਪਿਲਾਤੀ ਸੀ ਡਾਕਟਰਾਂ ਨੇ। ਹੇਠਾਂ ਹੀ ਰਾਤ ਨੂੰ ਆਪ ਨਾ ਆਈ ਹਨੇਰੇ 'ਚ। ਬਹਾਦਰ ਕੋਲ ਥੋੜ੍ਹੀ ਜਿਹੀ ਖਿਚੜੀ ਬਣਾ ਕੇ ਭੇਜ ਦੇਈਂ। ਬਹਾਦਰ ਰਾਤ ਨੂੰ ਇੱਥੇ ਹੀ ਰਹਿ ਪਊ, ਬਾਹਰ ਬਰਾਂਡੇ 'ਚ ਬੈਠਾ ਰਹੂ। ਰਾਤ ਨੂੰ 100 ਲੋੜ ਪੈ ਜਾਂਦੀ ਹੈ। ਕਾਹਨੂੰ ਔਖਾ ਹੋਊ ਇੱਥੇ ਬੈਠਾ? ਉਹਨੂੰ ਘਰ ਕਿਹੜਾ ਚੈਨ ਆਉਣੀ ਹੈ? ਉਹ ਤਾਂ ਹੁਣੇ ਨਾਲ ਆਉਣ ਲਈ ਆਖਦਾ ਸੀ, ਨਾਲੇ ਰੋ ਰਿਹਾ ਸੀ। ਥਰਮਸ 'ਚ ਦੁੱਧ ਭੇਜ ਦਿਆਂਗੀ, ਫਰੂਟ ਭੇਜ ਦਿਆਂਗੀ, ਤੌਲੀਆ, ਪਤਲਾ ਸਰਾਣਾ, ਪਲੇਟ, ਗਲਾਸ ਸਭ ਕੁਝ ਭੇਜ ਦਿਆਂਗੀ। ਆ ਜਾ ਮੇਰਾ ਪੁੱਤ, ਤੂੰ ਕਿਵੇਂ ਡਿਡਰਿਆ ਜਾ ਖੜਾ? ਬੇਜੀ ਨੇ ਬਾਵੇ ਵੱਲ ਝਾਕ ਕੇ ਆਖਿਆ। ਉਹ ਬੇਜੀ ਕੋਲ ਆ ਕੇ ਹੁਬਕੀ ਰੋਣ ਲੱਗ ਪਿਆ, ਜਿਵੇਂ ਹੁਣ ਤੱਕ ਉਹਨੇ ਆਪਣਾ ਰੋਣਾ ਮਸਾਂ ਰੋਕ ਕੇ ਰੱਖਿਆ ਹੋਵੇ।
ਹੈ ਕਮਲਾ, ਮੈਂ ਤਾਂ ਠੀਕ ਹਾਂ, ਬੇਜੀ ਨੇ ਬਾਵੇ ਨੂੰ ਪਿਆਰ ਦਿੰਦਿਆਂ ਆਖਿਆ। ਡਾਕਟਰ ਸਾਹਿਬ, ਬੇਜੀ ਦਾ ਖਿਆਲ ਰੱਖਣਾ, ਅਵਿਨਾਸ਼ ਨੇ ਆਉਣ ਤੋਂ ਪਹਿਲਾਂ ਡਿਊਟੀ ਵਾਲੇ ਡਾਕਟਰ ਨੂੰ ਆਖਿਆ। ਅਵਿਨਾਸ਼ ਦੇ ਜਾਣ ਮਗਰ ਉਹਨਾਂ ਦਾ ਗੁਆਂਢੀ ਡਾਕਟਰ ਸ਼ਰਮਾ ਤੇ ਉਹਦੀ ਘਰ ਵਾਲੀ ਬੇਜੀ ਦਾ ਪਤਾ ਕਰਨ ਆ ਗਏ। ਉਹ ਜੇ ਬੈਠੇ ਹੀ ਸਨ, ਰਾਮਦੇਈ ਪਹੁੰਚ ਗਈ। ਮਗਰੇ ਮਗਰ ਤਹਿਸੀਲਦਾਰਨੀ ਤੇ ਲਾਲੀ ਆ ਗਈਆਂ। ਰਾਤ ਤੱਕ 15-20 ਲੋਕ ਬੇਜੀ ਦਾ ਪਤਾ ਲੈਣ ਆ ਚੁੱਕੇ ਸਨ ਤੇ ਹਰ ਇੱਕ ਨੇ ਹੀ ਆਖਿਆ ਕਿ ਡਾਕਟਰ ਸਾਹਿਬ, ਸਾਡੇ ਬੇਜੀ ਦਾ ਖਿਆਲ ਰੱਖਣਾ। ਕਾਫੀ ਰਾਤ ਗਈ ਜਦ ਬਠਿੰਡੇ ਵਾਲਿਆਂ ਦਾ ਪਰਿਵਾਰ ਬੇਜੀ ਦੀ ਖਬਰ ਲੈ ਕੇ ਗਿਆ ਤਾਂ ਜਾਣ ਲੱਗਿਆ ਬਠਿੰਡੇ ਵਾਲੇ ਸਰਦਾਰ ਦੇ ਡਾਕਟਰ ਬੇਟੇ ਨੇ ਜਦੋਂ ਡਾਕਟਰ ਨੂੰ ਆਖਿਆ ਕਿ ਸਾਡੇ ਬੇਜੀ ਦਾ ਖਿਆਲ ਰੱਖਿਓ ਤਾਂ ਡਾਕਟਰ ਨੇ ਪੁੱਛਿਆ, ਤਾਂ ਦੱਸੋ ਇਹ ਅਸਲ 'ਚ ਕਿਹਦੇ ਬੇਜੀ ਨੇ? ਬਠਿੰਡੇ ਵਾਲੇ ਸਰਦਾਰ ਦੇ ਡਾਕਟਰ ਬੇਟੇ ਨੇ ਹੱਸ ਕੇ ਆਖਿਆ, ਅਸਲ 'ਚ ਜਿਨ੍ਹਾਂ ਦੇ ਬੇਜੀ ਨੇ ਉਹ ਤਾਂ ਪਟਿਆਲੇ ਵਿੱਚ ਹੀ ਨਹੀਂ, ਬੇਟਾ ਫੌਜ 'ਚ ਹੈ ਤੇ ਰਾਜਸਥਾਨ 'ਚ ਕਿਧਰੇ ਪੋਸਟਡ ਹੈ ਤੇ ਬੇਟੀ ਦਿੱਲੀ 'ਚ ਪ੍ਰੋਫੈਸਰ ਹੈ। ਕੁਝ ਚਿਰ ਮਗਰੋਂ ਬਹਾਦਰ ਦੁੱਧ, ਖਿਚੜੀ, ਫਲ ਤੇ ਹੋਰ ਨਿੱਕ ਸੁੱਕ ਘਰੋਂ ਲੈ ਗਿਆ। ਖਿਚੜੀ ਥੋੜੀ ਜਿਹੀ ਖਾ ਕੇ ਦੁੱਧ ਦਾ ਕੱਪ ਪੀ ਕੇ ਬੇਜੀ ਨੇ ਬਹਾਦਰ ਨੂੰ ਘਰ ਵਾਪਸ ਚਲੇ ਜਾਣ ਲਈ ਆਖਿਆ। ਨਹੀਂ, ਮੈਂ ਆਪਕੇ ਪਾਸ ਹੀ ਰਹੂੰਗਾ, ਉਹ ਬੋਲਿਆ। ਇੱਥੇ ਬਥੇਰੇ ਲੋਕ ਨੇ, ਡਾਕਟਰ ਤੇ ਨਰਸਾਂ, ਤੂੰ ਕੀ ਕਰੇਂਗਾ ਰਾਤ ਨੂੰ? ਨਾਲੇ ਮੈਂ ਠੀਕ ਹਾਂ, ਸੌਣ ਨੂੰ ਇੱਥੇ ਕਿਧਰੇ ਥਾਂ ਨਹੀਂ, ਵਾਧੂ ਔਖਾ ਹੋਏਗਾ। ਮੈਂ ਬਾਹਰ ਬੈਂਚ ਪਰ ਪੜਾ ਰਹੂੰਗਾ। ਪਰ ਕਾਹਦੇ ਲਈ? ਨਹੀਂ, ਤੂੰ ਜਾ, ਬੇਜੀ ਨੇ ਜ਼ਰਾ ਤਾੜ ਕੇ ਆਖਿਆ। ਬਹਾਦਰ ਅਣਮੰਨੇ ਜੇ ਮਨ ਨਾਲ ਚਲਾ ਗਿਆ। ਬੜੀ ਰਾਤ ਹੋ ਗਈ। ਆਲੇ ਦੁਆਲੇ ਜਦੋਂ ਟਿਕ-ਟਿਕਾ ਹੋ ਗਿਆ, ਬੇਜੀ ਨੂੰ ਯਾਦ ਆਇਆ ਡਾਕਟਰ ਜਗਦੀਸ਼ ਨੇ ਇਹ ਹਸਪਤਾਲ ਆਪ ਕੋਲ ਖੜ-ਖੜ ਕੇ ਬਣਵਾਇਆ ਸੀ। ਆਖਦੇ ਨੇ ਮਹਾਰਾਜੇ ਭੁਪਿੰਦਰ ਸਿੰਘ ਨੇ 2 ਬੱਚਿਆਂ ਨੂੰ ਯਤੀਮਖਾਨੇ ਵਿੱਚੋਂ ਲੈ ਕੇ ਪੜ੍ਹਾਇਆ ਸੀ, ਡਾਕਟਰ ਬਣਾਇਆ ਸੀ ਤੇ ਮਗਰੋਂ ਵਲਾਇਤ ਪੜ੍ਹਨ ਭੇਜਿਆ। ਉਹ ਦੋਵੇਂ ਭਰਾ ਪਟਿਆਲੇ ਦੇ ਬੜੇ ਉੱਘੇ ਡਾਕਟਰ ਸਨ ਤੇ ਡਾਕਟਰ ਜਗਦੀਸ਼ ਉਹਨਾਂ ਵਿੱਚੋਂ ਵੱਡਾ ਸੀ। ਉਹ ਇੱਕ ਸਾਧੂ ਸੁਭਾਅ ਡਾਕਟਰ ਸੀ। ਆਪਰੇਸ਼ਨ ਕਰਦਾ ਉਹ 20-20 ਘੰਟੇ ਖੜਾ ਰਹਿੰਦਾ। ਪਤਾ ਨਹੀਂ ਉਸ 'ਚ ਕਿੱਥੋਂ ਇੰਨੀ ਤਾਕਤ ਆ ਜਾਂਦੀ ਸੀ ਤੇ ਉਂਝ ਕਮਜ਼ੋਰ ਇੰਨਾ ਸੀ ਕਿ ਆਪਣੇ ਦੋਸਤ ਮਰੇ ਤੋਂ ਸ਼ਮਸ਼ਾਨ ਘਾਟ ਤੱਕ ਪੈਦਲ ਨਹੀਂ ਸੀ ਜਾ ਸਕਿਆ। ਤੇ ਉਸੇ ਦਾ ਛੋਟਾ ਭਰਾ ਡਾਕਟਰ ਅਮਰਜੀਤ ਇੰਨਾ ਕਾਬਲ ਤੇ ਮਸ਼ਹੂਰ ਸੀ ਕਿ ਉਹਨਾਂ ਵੇਲਿਆਂ 'ਚ 10 ਰੁਪਏ ਫੀਸ ਹੁੰਦੀ ਸੀ, ਫਿਰ ਵੀ ਇੱਕ ਦਿਨ ਵਿੱਚ ਉਹਦੇ ਮੇਜ਼ ਤੇ ਦਾ ਖਾਨਾ ਨੋਟਾਂ ਨਾਲ ਉੱਪਰ ਤੱਕ ਭਰ ਜਾਂਦਾ ਸੀ। ਤੇ ਫਿਰ ਪਤਾ ਨਹੀਂ ਕੀ ਸਾਧ ਸਰਾਪ ਹੋ ਗਿਆ। ਡਾਕਟਰ ਅਮਰਜੀਤ ਇੱਕ ਦਿਨ ਅਜਿਹਾ ਕਿਧਰੇ ਗੁੰਮਿਆ ਕਿ ਮੁੜ ਨਹੀਂ ਲੱਭਿਆ। ਲੋਕ ਜਿੰਨੇ ਮੂੰਹ ਉਨੀਆਂ ਗੱਲਾਂ ਕਰਦੇ ਰਹੇ। ਵਾਹਿਗੁਰੂ ਵਾਹਿਗੁਰੂ ਆਖ ਬੇਜੀ ਹੌਲੀ-ਹੌਲੀ ਕੀਰਤਨ ਸੋਹਲੇ ਦਾ ਪਾਠ ਕਰਨ ਲੱਗ ਪਏ। ਆਖਦੇ ਨੇ ਘਰ 'ਚ ਕੀਰਤਨ ਸੋਹਲੇ ਦਾ ਪਾਠ ਹੋ ਜਾਣ ਨਾਲ ਘਰ ਦੇ ਆਲੇ ਦੁਆਲੇ ਲੋਹੇ ਦੀ ਵਾੜ ਹੋ ਜਾਂਦੀ ਹੈ ਤੇ ਇਸ ਵੇਲੇ ਬੇਜੀ ਸ਼ਾਇਦ ਘਰ ਦੇ ਨਹੀਂ, ਆਪਣੇ ਆਲੇ ਦੁਆਲੇ ਅਜਿਹੀ ਲੋਹੇ ਦੀ ਵਾੜ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਵਿੱਚੋਂ ਦੀ ਅਜਿਹੀਆਂ ਸੋਚਾਂ ਵੀ ਨਾ ਲੰਘ ਸਕਣ। ਪਤਾ ਨਹੀਂ ਕੀ ਹੋਇਆ, ਕਿਵੇਂ ਹੋਇਆ ਕਿ ਬੇਜੀ ਪਾਠ ਕਰਦੇ ਕਰਦੇ ਮਨ ਹੀ ਮਨ ਹਸਪਤਾਲ ਦੇ ਗੇਟ ਕੋਲ ਪਹੁੰਚ ਗਏ। ਸਾਹਮਣੇ ਮੈਡੀਕਲ ਕਾਲਜ ਸੀ, ਜਿਹਦੇ ਇੱਕ ਪਾਸੇ ਹੋਸਟਲ ਸਨ। ਦੇਖਦਿਆਂ ਦੇਖਦਿਆਂ ਉਹ ਕਾਲਜ ਦੇ ਹੋਸਟਲ ਪਤਾ ਨਹੀਂ ਕਿੱਥੇ ਲੋਪ ਹੋ ਗਏ। ਉਹਨਾਂ ਦੀ ਥਾਂ ਵੱਡੇ ਸਾਰੇ ਬਾਗ ਦੇ ਵਿੱਚ ਸਰਦਾਰ ਦਇਆ ਸਿੰਘ ਦੀ ਕੋਠੀ ਸੀ। ਸਰਦਾਰ ਦਇਆ ਸਿੰਘ ਮਹਿੰਦਰ ਦੇ ਪਾਪਾ ਦੇ ਦੋਸਤ ਸਨ। ਇਸ ਕੋਠੀ ਵਿੱਚ ਤਾਂ ਬੇਜੀ ਵੱਡੇ ਬੇਜੀ ਨਾਲ ਕਈ ਵਾਰ ਆਏ ਸੀ। ਵੱਡੇ ਬੇਜੀ ਦੇ ਕਈ ਵਰੇ ਕੋਈ ਬੱਚਾ ਨਹੀਂ ਸੀ ਹੋਇਆ। ਮਹਿੰਦਰ ਦੇ ਪਾਪਾ ਨੂੰ ਉਹਨਾਂ ਨੇ ਆਪ ਹੀ ਹੋਰ ਵਿਆਹ ਕਰਾਉਣ ਲਈ ਆਖ ਦਿੱਤਾ ਸੀ। ਆਪਣੇ ਆਦਮੀ ਲਈ ਉਹਨਾਂ ਨੇ ਰਿਸ਼ਤੇਦਾਰੀ 'ਚੋਂ ਆਪ ਲੜਕੀ ਪਸੰਦ ਕੀਤੀ ਸੀ, ਸੋਹਣੀ ਵੀ ਤੇ ਸਾਊ ਵੀ। ਆਪਣਾ ਆਦਮੀ ਕਿਸੇ ਨੂੰ ਸੰਭਾਲ ਦੇਣਾ ਬੜਾ ਔਖਾ ਹੁੰਦਾ, ਪਰ ਵੱਡੇ ਬੇਜੀ ਨੂੰ ਲੱਗਦਾ ਸਭ ਕੁਝ ਮੇਰਾ ਹੀ ਤਾਂ ਹੈ। ਸਰਦਾਰ ਮਰੇ ਤੇ ਬਥੇਰੇ ਲੋਕਾਂ ਨੇ ਆਖਿਆ ਤੂੰ ਅੱਧ ਦੀ ਮਾਲਕ ਹੈ, ਆਪਣਾ ਅੱਧ ਵੰਡਾ ਲੈ। ਪਰ ਵੱਡੇ ਬੇਜੀ ਨੇ ਆਖਿਆ ਅੱਧ ਦੀ ਕਿਉਂ, ਮੈਂ ਸਾਰੇ ਦੀ ਮਾਲਕ ਹਾਂ। ਉਹ ਛੋਟੇ ਬੇਜੀ ਨੂੰ ਆਖਦੇ, ਛੋਟੀਏ ਤੂੰ ਫਿਕਰ ਨਾ ਕਰ, ਮੈਂ ਬੈਠੀ ਹਾਂ ਅਜੇ। ਨਾਲੇ ਮਹਿੰਦਰ ਦਾ ਪਾਪਾ ਘਰ ਤਾਂ ਨਹੀਂ ਲੈ ਗਿਆ ਚੱਕ ਕੇ ਨਾਲ, ਸੁੱਖ ਨਾਲ ਜਿਉਂਦਾ ਰਹੇ ਉਹਨਾਂ ਦਾ ਪੁੱਤ। ਆਖਣ ਨੂੰ ਤਾਂ ਵੱਡੇ ਬੇਜੀ ਸਭ ਕੁਝ ਆਖਦੇ ਰਹੇ, ਪਰ ਸਰਦਾਰ ਦਾ ਮਰਨਾ ਉਹਨਾਂ ਤੋਂ ਜਰਿਆ ਨਹੀਂ ਸੀ ਗਿਆ। ਗੁਸਲਖਾਨੇ 'ਚ ਨਹਾਉਂਦੇ ਉਹ ਇਕੱਲੇ ਹੀ ਸਰਦਾਰ ਨਾਲ ਗੱਲਾਂ ਕਰੀ ਜਾਂਦੇ। ਗਰਮੀਆਂ ਦੀ ਦੁਪਹਿਰ 'ਚੋਂ ਪੈਦਲ ਹੀ ਕਿਸੇ ਦੇ ਘਰ ਮਿਲਣ ਚਲੇ ਜਾਂਦੇ, ਪਰ ਬਾਰ ਮੂਹਰੇ ਮੁੜ ਆਉਂਦੇ ਕਿ ਅਗਲਾ ਕੀ ਆਖੂਗਾ। ਸਰਦਾਰ ਮਰੇ ਨੂੰ ਅਜੇ 2 ਵਰੇ ਵੀ ਨਹੀਂ ਸੀ ਹੋਏ ਕਿ ਵੱਡੇ ਬੇਜੀ ਨੂੰ ਬੁਖਾਰ ਚੜ੍ਹਨ ਲੱਗ ਪਿਆ। ਹਰ ਤਰ੍ਹਾਂ ਦੇ ਟੈਸਟ ਕਰਾਏ, ਕਈ ਡਾਕਟਰ ਬਦਲੇ, ਵੈਦ ਤੋਂ ਵੀ ਦਵਾਈ ਲਈ, ਪਰ ਬੁਖਾਰ ਨਹੀਂ ਸੀ ਉਤਰਦਾ। ਸ਼ਾਇਦ ਵੱਡੇ ਬੇਜੀ ਨੇ ਰਾਜੀ ਨਾ ਹੋਣ ਦੀ ਠਾਣ ਲਈ ਸੀ ਤੇ ਇੱਕ ਦਿਨ ਆਥਣੇ ਜੇ ਉਹਨਾਂ ਮਹਿੰਦਰ ਤੇ ਰਮਨੀਕ ਨੂੰ ਬਹਾਦਰ ਦੇ ਨਾਲ ਸਰਦਾਰ ਦਇਆ ਸਿੰਘ ਹੋਰਾਂ ਵੱਲ ਭੇਜ ਦਿੱਤਾ ਤੇ ਆਪ ਛੋਟੇ ਬੇਜੀ ਨਾਲ ਸਾਂਭ ਸੰਭਾਈ ਕਰਨ ਲੱਗ ਪਏ। ਬੈਂਕ 'ਚ ਕਿੰਨੇ ਪੈਸੇ ਹਨ, ਠੇਕਾ ਕਿੰਨਾ ਆਉਂਦਾ ਹੈ, ਸੇਫ ਦੀ ਚਾਬੀ ਕਿੱਥੇ ਪਈ ਹੈ, ਸੇਫ ਵਿੱਚ ਕੀ ਕੁਝ ਹੈ, ਸੇਫ ਵਿਚਲੀਆਂ ਕਿਹੜੀਆਂ ਚੀਜ਼ਾਂ ਕਦੋਂ ਤੇ ਕਿਵੇਂ ਵਰਤਣੀਆਂ ਹਨ, ਇਹੋ ਜਿਹੀਆਂ ਗੱਲਾਂ ਨਾ ਕਰੋ, ਛੋਟੇ ਬੇਜੀ ਨੇ ਰੋਣ ਹਾਕੇ ਹੋ ਕੇ ਆਖਿਆ ਸੀ। ਪਰ ਗੱਲਾਂ ਕਰਦੇ ਕਰਦੇ ਉਹਨਾਂ ਦੀ ਜ਼ੁਬਾਨ ਠਾਕੀ ਗਈ। ਉਹ ਬੇਸੁੱਧ ਹੋ ਗਏ ਤੇ ਇਸੇ ਹਾਲਤ 'ਚ ਅਗਲੇ ਦਿਨ ਰੱਬ ਨੂੰ ਪਿਆਰੇ ਹੋ ਗਏ ਸਨ। ਉਸੇ ਵੇਲੇ ਦਇਆ ਸਿੰਘ ਭਾਈ ਸਾਹਿਬ ਤੇ ਉਹਨਾਂ ਦੀਆਂ 3 ਘਰ ਵਾਲੀਆਂ ਨਹੀਂ,
ਉਹਨਾਂ ਦਾ ਵਕਤ ਕਟਾਇਆ ਸੀ, ਨਹੀਂ ਤਾਂ ਛੋਟੇ ਬੇਜੀ ਤਾਂ ਉੱਕਾ ਹੀ ਬੌਂਦਲ ਗਏ ਸਨ। ਵੱਡਿਓ, ਅੱਜ ਵਹੁਟੀ ਇਕੱਠੀ ਇਕੱਲੀ ਹੋਊਗੀ, ਡਰੂਗੀ ਨਿਆਣੀ। ਬੇਜੀ ਨੇ ਜਿਵੇਂ ਵੱਡੇ ਬੇਜੀ ਨੂੰ ਆਪਣਾ ਤੌਖਲਾ ਦੱਸਿਆ। ਲੰਮਾ ਸਾਰਾ ਹੌਕਾ ਲਿਆ ਤੇ ਵੈਗਰੂ ਵੈਗਰੂ ਕਰਨ ਲੱਗੀ। ਆਵਾਜ਼ ਸੁਣ ਕੇ ਬਹਾਦਰ ਬਾਹਰ ਲੰਘ ਕੇ ਅੰਦਰ ਆ ਗਿਆ। ਕਿਆ ਜ਼ਿਆਦਾ ਤਕਲੀਫ ਹੈ? ਡਾਕਟਰ ਕੋ ਬੁਲਾऊं? ਨਹੀਂ, ਤੂੰ ਗਿਆ ਨਹੀਂ ਘਰ? ਵਹੁਟੀ ਇਕੱਲੀ ਹੋਊ, ਬੇਜੀ ਨੇ जरा नाराज होके आख्या। गया था, अभी आया हूँ। बहादुर ने अपनी सफाई दी। मॉडल टाउन वाले माता जी भी अभी आ रहे थे मेरे साथ। मैंने बोल दिया डॉक्टर गुस्सा होगा, सुबह आएंगे। बहादुर ने अगों दस्या। मॉडल टाउन वाले माता जी नूं किहने दसता? बताया किसी ने नहीं, वो तो वैसे ही आए थे मिलने के लिए। इधर आकर पता चला वे सुबह आएंगे 10 बजे। चंगा, हुण तां तू चलिया जा, बथेरी रात होगी, जाके सौ जा घर। काका जी को पता चलेगा तो मेरे को गुस्सा होएंगे, आपको अकेला क्यों छोड़ा। उन्होंने तो आप दसना ही नहीं, उनको तो मेम साहब ने तार पा दिया, फोन तो मिला नहीं। मैं नाले मना किया है, सुनदी केड़ा? बेजी ने गुस्से नाल आख्या। मॉडल टाउन वाले माता जी बोल रहे थे, कल से तो मैं रह जाऊंगी हॉस्पिटल में, बहादुर ने दसिया। मैं तो कल नूं ही घर चलना है। डॉक्टर नूं पुछ के मेरा नहीं इत्थे चित्त लगदा, हस्पताल जाके तां ਇਉਂ ਲੱਗਦਾ ਜਿਵੇਂ ਸਾਰੀ ਦੁਨੀਆ ਹੀ ਬਿਮਾਰ ਹੋਵੇ। ਮਾਡਲ ਟਾਊਨ ਵਾਲੇ ਮਾਤਾ ਜੀ, ਜਿਸ ਨੂੰ ਬਹਾਦਰ ਆਖ ਰਿਹਾ ਸੀ, ਅਸਲ 'ਚ ਸਰਦਾਰ ਦਇਆ ਸਿੰਘ ਦੀ ਵੱਡੀ ਘਰ ਵਾਲੀ ਸੀ। ਛੋਟੀਆਂ ਦੋਵੇਂ ਗੁਜ਼ਰ ਗਈਆਂ ਸਨ। ਵਿਚਕਾਰਲੀ ਦਾ ਤਾਂ ਵਿਚਾਰੀ ਦਾ ਇੱਕੋ ਇੱਕ ਮੁੰਡਾ ਸੀ, ਵਿਲਾਇਤ ਪੜ੍ਹਨ ਗਿਆ ਸੀ। ਉਹਦਾ ਕਿਤੇ ਜਹਾਜ਼ ਹੀ ਡੁੱਬ ਗਿਆ ਸੀ। ਬੜੇ ਵੱਡੇ ਘਰ 'ਚੋਂ ਮੰਗਿਆ ਹੋਇਆ ਸੀ, ਸਮਝੋ ਡੋਲਾ ਦਰ ਤੇ ਆ ਕੇ ਮੁੜ ਗਿਆ। ਉਹ ਕੁੜੀ ਚੋਰੀਆਂ ਇਹਨੂੰ ਕਿਤੇ ਮਿਲਣ ਆ ਗਈ, ਬੜਾ ਰੋਈ, ਇਹਦੇ ਗਲ ਲੱਗ ਕੇ। ਉਸ ਦਿਨ ਤੋਂ ਇਹਦੇ ਦਿਮਾਗ 'ਚ ਫਰਕ ਆ ਗਿਆ। ਦਿਮਾਗ 'ਚ ਫਰਕ ਆਉਣ ਕਰਕੇ ਉਹਨੂੰ ਭੁੱਲ ਹੀ ਗਿਆ ਕਿ ਉਹਦਾ ਮੁੰਡਾ ਮਰ ਚੁੱਕਿਆ। ਉਸੇ ਨੂੰ ਖਤ ਲਿਖਦੀ ਰਿਹਾ ਕਰੇ, ਉਸੇ ਦੇ ਵਿਆਹ ਦੇ ਗੀਤ ਗਾਉਣ ਲੱਗ ਜਾਇਆ ਕਰੇ। ਇੱਕ ਦਿਨ ਆਖਦੇ ਨੇ ਮਾੜੀ ਜੀ ਸੁਰਤ ਵਿੱਚ ਸੀ, ਜਾ ਕੇ ਸਰਦਾਰ ਨਾਲ ਲੜਨ ਲੱਗ ਪਈ ਕਿ ਮੈਨੂੰ ਦੱਸਿਆ ਕਿਉਂ ਨਹੀਂ ਸੀ ਕਿ ਰਵੀ ਮਰ ਗਿਆ। ਲੜਦੀ ਲੜਦੀ ਰੋਣ ਲੱਗ ਪਈ। ਰੋਂਦੀ ਰੋਂਦੀ ਨੂੰ ਅਜਿਹਾ ਦੌਰਾ ਪਿਆ, ਫੇਰ ਨਹੀਂ ਮੁੜ ਕੇ ਅੱਖ ਫੁੱਟੀ। ਅਗਲੀ ਸਵੇਰ ਨੂੰ ਮਾਰੀ ਗਈ। ਸਰਦਾਰ ਦੀ ਛੋਟੀ ਘਰ ਵਾਲੀ ਨੂੰ ਤਪਦਿਕ ਹੋ ਗਈ ਸੀ। ਉਹਨਾਂ ਵੇਲਿਆਂ 'ਚ ਤਪਦਿਕ ਦਾ ਕੋਈ ਇਲਾਜ ਨਹੀਂ ਸੀ ਹੁੰਦਾ। ਸਰਦਾਰ ਦਇਆ ਸਿੰਘ ਨੇ ਵਿਲਾਇਤ ਤੋਂ ਮੰਗਵਾ ਵੀ ਟੀਕੇ ਲਗਾਏ, ਪਰ ਉਸ ਤੋਂ ਇਹ ਨਹੀਂ ਸੀ ਬਰਦਾਸ਼ਤ ਹੁੰਦਾ ਕਿ ਉਹਨੂੰ ਨੌਕਰਾਂ ਵਾਲੇ ਕੁਆਟਰ 'ਚ ਅਲੱਗ ਪਾ ਦਿੱਤਾ। ਅੱਡ ਹੀ ਉਹਦਾ ਮੰਜਾ, ਬਿਸਤਰਾ ਤੇ ਭਾਂਡੇ ਕਰਤੇ ਹਨ। ਉਹਨੂੰ ਮਿਲਣ ਆਇਆ ਕੋਈ ਬਹੁਤਾ ਚਿਰ ਉਸ ਕੋਲ ਅਟਕਦਾ ਨਹੀਂ, ਤੇ ਜਿੰਨਾ ਚਿਰ ਅਟਕਦਾ ਵੀ ਨੱਕ ਰੁਮਾਲ ਨਾਲ ਢੱਕ ਕੇ ਰੱਖਦਾ। ਛੂਤ ਦੀ ਬਿਮਾਰੀ ਜੋ ਸੀ, ਬਹੁਤ ਮਹਿੰਗੇ ਇਲਾਜ ਦੇ ਬਾਵਜੂਦ ਉਹ ਨਹੀਂ ਸੀ ਬਚੀ। ਉਹਦੇ ਬੱਚਿਆਂ ਨੂੰ ਵੀ ਤੇ ਆਪਣੇ ਬੱਚਿਆਂ ਨੂੰ ਵੀ ਵੱਡੀ ਨਹੀਂ ਪਾਲਿਆ ਸੀ। ਉਹਨੇ ਫਰਕ ਵੀ ਕੋਈ ਨਹੀਂ ਸੀ ਰੱਖਿਆ। ਉਹ ਕੁੜੀ ਜਿਹੜੀ ਵਿਚਕਾਰਲੀ ਦੇ ਮੁੰਡੇ ਨਾਲ ਮੰਗੀ ਹੋਈ ਸੀ, ਵੱਡੀ ਨੇ ਆਪਣੇ ਛੋਟੇ ਮੁੰਡੇ ਨੂੰ ਵਿਆਹ ਲਿਆਂਦੀ ਸੀ। ਪਿੱਛੋਂ ਉਹਨੂੰ ਲੱਗਦਾ ਰਿਹਾ ਸੀ ਕਿ ਮੈਂ ਸ਼ਾਇਦ ਮੁੰਡੇ ਨਾਲ ਵੀ ਬੇਇਨਸਾਫੀ ਕੀਤੀ ਹੈ ਤੇ ਕੁੜੀ ਨਾਲ ਵੀ। ਜਿੰਨਾ ਚਿਰ ਦਇਆ ਸਿੰਘ ਭਾਈ ਸਾਹਿਬ ਜਿਉਂਦੇ ਰਹੇ, ਸਭ ਕੁਝ ਠੀਕ ਠਾਕ ਚੱਲਦਾ ਰਿਹਾ। ਜ਼ਮੀਨ ਜਾਇਦਾਦ ਸੀ, ਪੈਸਾ ਟਕਾ ਸੀ, ਉਹਦਾ ਅਫਸਰੀ ਸੀ ਤੇ 4 ਭਾਈਆਂ ਵਿੱਚ ਪੁੱਛ ਪ੍ਰਤੀਤ ਸੀ। ਪਰ ਸਰਦਾਰ ਦੇ ਮਰਨ ਮਗਰੋਂ ਇੱਕ ਹਨੇਰੀ 'ਚ ਉੱਡੇ ਆਲਣੇ ਵਾਂਗ ਸਭ ਨਾਲ ਹੀ ਕੱਖ ਕਾਣ ਬਿਖਰ ਗਏ। ਬੇਟੀ ਉਹਨਾਂ ਦੀ ਤੇ ਘਰ ਵਾਲੇ ਨੂੰ ਜੂਏ ਦੀ ਆਦਤ ਸੀ। ਖੇਡਦਾ ਰਿਹਾ ਤੇ ਖੇਡਦਾ ਸਭ ਕੁਝ ਹੀ ਜੂਏ 'ਚ ਹਾਰ ਗਿਆ। ਉਹ ਕੁੜੀ ਜਿਹਦੇ ਵਿਆਹ 'ਚ ਅੰਦਰੋਂ ਸਰਕਾਰ ਨੇ ਸੋਨੇ ਦੇ ਜੜਾਊ ਕੰਗਣ ਭੇਜੇ ਸਨ, ਹੁਣ ਖੰਨੇ ਆਪਣੇ ਪਤੀ ਤੇ ਪੁੱਤਰ ਨਾਲ ਕਿਰਾਏ ਦੇ ਕਮਰੇ 'ਚ ਰਹਿੰਦੀ ਸੀ। ਆਪਣੇ ਹੱਥੀਂ ਰੋਟੀ ਪਕਾਉਂਦੀ, ਝਾੜੂ ਦਿੰਦੀ, ਕੱਪੜੇ ਧੋਂਦੀ, ਭਾਂਡੇ ਮਾਂਜਦੀ ਤੇ ਨਾਲ ਹੀ ਇੱਕ ਪ੍ਰਾਈਵੇਟ ਸਕੂਲ 'ਚ ਨਰਸਰੀ ਸਕੂਲ ਕਲਾਸ ਨੂੰ ਪੜ੍ਹਾਉਂਦੀ ਵੀ ਹੈ। ਉਹਦੇ ਗਹਿਣੇ, ਹਿੱਸੇ ਦੀ ਜ਼ਮੀਨ, ਗਹਿਣੇ ਨਗਦੀ ਸਭ ਕੁਝ ਉਹਦਾ ਘਰ ਵਾਲਾ ਵੇਚ ਕੇ ਜੂਆ ਖੇਡ ਚੁੱਕਿਆ ਸੀ। ਇੱਥੋਂ ਵਾਲੀ ਕੋਠੀ ਤੇ ਬਾਗ ਸਰਕਾਰ ਨੇ ਲੈ ਲਈ, ਬੜੇ ਥੋੜ੍ਹੇ ਜਿਹੇ ਪੈਸੇ ਦੇ ਕੇ। ਉਦੋਂ ਜ਼ਮੀਨ ਦਾ ਭਾਅ ਵੀ ਕੁਝ ਨਹੀਂ ਸੀ। ਰੱਬ ਦੇ ਰੰਗ ਨੇ, ਡਾਢੇ ਮੂਹਰੇ ਕਿਹਦਾ ਜ਼ੋਰ ਹੈ। ਬੇਜੀ ਪਤਾ ਨਹੀਂ ਕੀ ਸੋਚਦੇ ਮਨ ਹੀ ਮਨ ਆਖਣ ਲੱਗੇ। ਬੇਜੀ ਨੂੰ ਹੁਣ ਤੱਕ ਜਾਗਦੇ ਦੇਖ ਡਾਕਟਰ ਨੇ ਉਹਨਾਂ ਨੂੰ ਨੀਂਦ ਵਾਲੀ ਗੋਲੀ ਦੇ ਦਿੱਤੀ। ਕਿੰਨੇ ਚਿਰ ਬੇਜੀ ਮੂੰਹ 'ਚ ਸਤਨਾਮ ਵਾਹਿਗੁਰੂ ਆਖਦੇ ਰਹੇ ਤੇ ਫਿਰ ਪਤਾ ਨਹੀਂ ਉਹਨਾਂ ਨੂੰ ਕਦੋਂ ਨੀਂਦ ਆ ਗਈ। ਸਵੇਰੇ ਬੜੀ ਦੇਰ ਨਾਲ ਉਹ ਜਾਗੇ। ਸਾਰੀਆਂ ਸੱਟਾਂ ਦਰਦ ਕਰ ਰਹੀਆਂ ਸਨ, ਪਰ ਅੱਖਾਂ ਖੋਲ੍ਹ ਕੇ ਦੇਖਿਆ ਮਹਿੰਦਰ ਕੁਰਸੀ ਤੇ ਬੈਠਾ ਹੀ ਸੁੱਤਾ ਪਿਆ ਸੀ। ਸ਼ਾਇਦ ਸਾਰੀ ਰਾਤ ਸਫ਼ਰ ਕਰਦਾ ਰਿਹਾ ਸੀ।